ਧੰਨ ਧੰਨ ਜਗਤ ਮਾਤਾ ਖਾਲਸੇ ਦੇ ਪੂਜਨੀਕ ਮਾਤਾ ਜੀ, ਮਾਤਾ ਸਾਹਿਬ ਦੇਵਾਂ ਜੀ ਦੇ ਸਾਰੀਆਂ ਸੰਗਤਾਂ ਮਾਤਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਕਲਯੁਗ ਦੇ ਸਮੇਂ ਵਿੱਚ ਪਰਮਾਤਮਾ ਨਾਲ ਧਿਆਨ ਲਾਉਣ ਵਾਸਤੇ ਵੈਸੇ ਤਾਂ ਪੁਰਾਤਨ ਸਮੇਂ ਤੋਂ, ਸਤਿਯੁਗ ਦੇ ਸਮੇਂ ਤੋਂ ਹੀ ਪਰਮਾਤਮਾ ਨਾਲ ਧਿਆਨ ਲਾਉਣ ਦੇ ਬਹੁਤ ਸਾਰੇ ਤਰੀਕੇ ਕੱਢੇ ਗਏ, ਕਿਉਂਕਿ ਆ ਜਿੰਨੀ ਵੀ ਦੁਨੀਆ ਹੈ ਧਿਆਨ ਨਾਲ ਚੱਲਦੀ ਹੈ। ਬੇਧਿਆਨੇ ਐਕਸੀਡੈਂਟ ਹੋ ਜਾਂਦਾ ਹੈ। ਜਿੱਥੇ ਵੀ ਧਿਆਨ ਟੁੱਟਿਆ ਉੱਥੇ ਦੁਰਘਟਨਾ ਘਟ ਜਾਂਦੀ ਹੈ। ਧਿਆਨ ਦੀ ਬੜੀ ਵੱਡੀ ਸ਼ਕਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂ ਲਿਖਿਆ ਹੈ ਵੀ ਪਸ਼ੂ ਵੀ ਧਿਆਨ ਦੇ ਨਾਲ ਬੜਾ ਕੁਝ ਕਰ ਲੈਂਦੇ ਹਨ। ਕੱਛੂ ਆਂਡਾ ਧਿਆਨ ਧਰ, ਕਰ ਪਰਪੱਕ ਨਦੀ ਵਿੱਚ ਆਣਾ। ਇਹ ਕਛੂਆ ਛੋਟਾ ਜਿਹਾ ਕੀੜਾ ਹੈ ਪਾਣੀ ਦਾ, ਪਰ ਜਦੋਂ ਕੱਛੂ ਕੁੰਮੀ ਆਂਡੇ ਦਿੰਦੀ ਹੈ ਤਾਂ ਉਹ ਪਾਣੀ ਤੋਂ ਬਾਹਰ ਜਾ ਕੇ ਬਰੇਤੀ ਵਿੱਚ ਆਂਡੇ ਦਿੰਦੀ ਹੈ। ਤੇ ਜਦੋਂ ਉਹ ਆਂਡੇ ਉੱਥੇ ਦੇ ਕੇ, ਆਂਡੇ ਰੱਖ ਕੇ, ਸੇਵ ਕਰਕੇ, ਤੇ ਆਪ ਉਹਦਾ ਗੁਜ਼ਾਰਾ ਉੱਥੇ ਨਹੀਂ ਹੁੰਦਾ। ਆਪ ਉੱਥੇ ਆਂਡਿਆਂ ਕੋਲ ਰਹਿ ਨਹੀਂ ਸਕਦੀ, ਉਹ ਪਾਣੀ ਵਿੱਚ, ਨਦੀ ਵਿੱਚ ਆ ਜਾਂਦੀ। ਜਿੱਥੇ ਆਂਡੇ ਪਏ ਹੁੰਦੇ ਨੇ ਉੱਥੋਂ ਕੋਈ ਅੱਧਾ ਕਿਲੋਮੀਟਰ ਜਾਂ ਕਿਲੋਮੀਟਰ ਦੀ ਵਾਟ ਹੁੰਦੀ, ਦੂਰ ਹੁੰਦਾ। ਇੰਨੀ ਦੂਰੀ ਦੇ ਉੱਤੇ ਹੁਣ ਰੋਜ਼ ਨਾ ਆ ਸਕਦੀ ਹੈ ਨਾ ਜਾ ਸਕਦੀ ਹੈ ਆਂਡਿਆਂ ਨੂੰ ਦੇਖਣ ਲਈ। ਫਿਰ ਕੀ ਕਰਦੀ ਹੈ, ਪਾਣੀ ਵਿੱਚੋਂ ਮੁੰਡੀ ਕੱਢ ਕੇ ਉਧਰ ਧਿਆਨ ਕਰਦੀ ਹੈ। ਹਾਲਾਂਕਿ ਉਹਦੀ ਨਜ਼ਰ ਉੱਥੇ ਨਹੀਂ ਜਾਂਦੀ, ਜਿੱਥੇ ਆਂਡੇ ਪਏ ਹੁੰਦੇ ਨੇ ਉੱਥੇ ਉਹਦੀ ਨਿਗਾਹ ਨਹੀਂ ਜਾਂਦੀ, ਪਰ ਧਿਆਨ ਦੇ ਨਾਲ ਉਧਰ ਖਿੱਚ ਪਾਉਂਦੀ ਹੈ। ਟਾਈਮ ਪੂਰਾ ਹੁੰਦਾ ਹੈ, ਆਂਡਿਆਂ 'ਚੋਂ ਬੱਚੇ ਨਿਕਲਦੇ ਨੇ। ਉਹਨਾਂ ਬੱਚਿਆਂ ਨੂੰ ਕਿਸੇ ਨੇ ਉਹਨਾਂ ਬੱਚਿਆਂ ਦੀ ਉਂਗਲੀ ਨਹੀਂ ਫੜੀ, ਕਿਸੇ ਨੇ ਉਹਨਾਂ ਨੂੰ ਰਸਤਾ ਨਹੀਂ ਦੱਸਿਆ। ਅਕਾਲ ਪੁਰਖ ਪਰਮੇਸ਼ਰ ਦਾ ਕ੍ਰਿਸ਼ਮਾ ਹੈ, ਕੁਦਰਤ ਦਾ ਕ੍ਰਿਸ਼ਮਾ ਹੈ ਕਿ ਮਾਂ ਦੇ ਧਿਆਨ ਦੇ ਖਿੱਚੇ ਹੋਏ ਬੱਚੇ ਮਾਂ ਕੋਲ ਹੀ ਆਉਂਦੇ ਹਨ। ਭਾਈ ਗੁਰਦਾਸ ਸਾਹਿਬ ਜੀ ਦਾ ਕਹਿਣ ਦਾ ਮਤਲਬ ਇਹ ਹੈ ਵੀ ਇੱਕ ਕੀੜਾ, ਇੱਕ ਪਸ਼ੂ, ਇੱਕ ਜਾਨਵਰ ਧਿਆਨ ਦੀ ਸ਼ਕਤੀ ਨੂੰ ਸਮਝਦਾ ਹੈ ਤੇ ਧਿਆਨ ਦੀ ਸ਼ਕਤੀ ਨਾਲ ਆਪਣੇ ਬੱਚੇ ਪਾਲ ਲੈਂਦਾ। ਦੂਜੀ ਮਿਸਾਲ ਆਪਾਂ ਰੋਜ਼ ਪੜ੍ਹਦੇ ਹਾਂ, ਊੜੇ ਊੜੇ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਊਂਝਾ ਪਹਾੜਾਂ ਵਿੱਚ ਬੱਚੇ ਦੇ ਕੇ ਮੈਦਾਨੀ ਇਲਾਕਿਆਂ ਵੱਲ ਆ ਜਾਂਦੀਆਂ ਨੇ। ਹਜ਼ਾਰਾਂ ਸੈਂਕੜੇ ਕੋਹ ਦਾ ਫਾਸਲਾ ਹੋ ਜਾਂਦਾ ਹੈ। ਉਹਨਾਂ ਬੱਚਿਆਂ ਨੂੰ ਨਾ ਜਾ ਕੇ ਉਹ ਦੇਖ ਸਕਦੀਆਂ ਨੇ ਰੋਜ਼, ਨਾ ਉਹਨਾਂ ਬੱਚਿਆਂ ਨੂੰ ਉਹ ਚੋਗਾ ਰੋਜ਼ ਦੇ ਸਕਦੀਆਂ ਨੇ, ਨਾ ਉਦੋਂ ਉਹਨਾਂ ਕੋਲ ਕੋਈ ਸਾਡੇ ਵਰਗੇ ਟੈਲੀਫੋਨ ਜਾਂ ਹੋਰ ਸਾਧਨ ਹਨ। ਇੱਕ ਸਿਮਰਨ ਹੈ ਕਿ ਉਹ ਆਪਣੇ ਬੱਚੇ ਸੈਂਕੜੇ ਕੋਹ ਤੋਂ ਪਾਲ ਲੈਂਦੀਆਂ ਨੇ। ਬਹੁਤ ਸਾਰੇ ਤਰੀਕੇ ਧਿਆਨ ਨੂੰ ਜੋੜਨ ਦੇ ਸਨ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਮਹਾਰਾਜ ਨੇ ਬਹੁਤ ਸਾਰੇ ਉਹਨਾਂ ਸਾਧਨਾਂ ਦਾ ਜ਼ਿਕਰ ਕੀਤਾ ਹੈ। ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਨੇ ਵੀ ਭਗਤੀ ਯੋਗ, ਗਿਆਨ ਯੋਗ, ਜਪ ਯੋਗ, ਯੱਗ ਯੋਗ, ਕਈ ਤਰ੍ਹਾਂ ਦਾ ਯੋਗ ਦੱਸਿਆ। ਯੋਗ ਮੈਨੇ ਜੁੜਨਾ, ਯੋਗ ਦਾ ਮਤਲਬ ਹੈ ਇਕਾਗਰ ਹੋ ਜਾਣਾ, ਬਿਰਤੀ ਦਾ ਇਕਾਗਰ ਹੋ ਜਾਣਾ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਲਯੁਗ ਦੇ ਵਿੱਚ ਸਭ ਤੋਂ ਪ੍ਰਧਾਨ ਜਿਹੜਾ ਤਰੀਕਾ ਹੈ, ਸਾਡਾ ਧਿਆਨ ਜੁੜ ਜਾਵੇ, ਸਾਡੀ ਬਿਰਤੀ ਇਕਾਗਰ ਹੋ ਜਾਵੇ, ਸਾਡਾ ਮਨ ਖਿੰਡਾਓ ਵਿੱਚੋਂ ਹਟ ਕੇ ਇਕਾਗਰਤਾ ਵਿੱਚ ਆ ਜਾਵੇ, ਉਹ ਸਤਿਗੁਰੂ ਜੀ ਨੇ ਕੀਰਤਨ ਨੂੰ ਦਿੱਤਾ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਜਦੋਂ ਗੱਜ ਗੱਜ ਕੇ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਨੇ, ਕੀਰਤਨ ਕਰਦੇ ਨੇ, ਹੌਲੇ ਹੌਲੇ, ਇੱਕ ਦਿਨ ਤਾਂ ਨਹੀਂ ਪਰ ਸਹਿਜੇ ਸਹਿਜੇ, ਅਭਿਆਸ, ਪ੍ਰੈਕਟਿਸ ਹਰ ਚੀਜ਼ ਵਿੱਚ ਚਾਹੀਦੀ ਹੈ। ਦੁਨੀਆ ਦਾ ਕੋਈ ਵੀ ਕੰਮ ਹੈ ਬਿਨਾਂ ਪ੍ਰੈਕਟਿਸ ਦੇ, ਬਿਨਾਂ ਅਭਿਆਸ ਦੇ ਨਹੀਂ ਬਣਦਾ। ਨਾਮ ਦਾ, ਕੀਰਤਨ ਦਾ ਅਭਿਆਸ ਸਾਡੀ ਸੁਰਤ ਨੂੰ ਇਕਾਗਰ ਕਰਕੇ ਪਰਮੇਸ਼ਰ ਸਾਡਾ ਧਿਆਨ ਲਾ ਦਿੰਦਾ ਹੈ। ਜਦੋਂ ਧਿਆਨ ਲੱਗਦਾ ਹੈ, ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਜ਼ਰ ਪ੍ਰਗਾਸ਼ੀ। ਸੁਰਤੀ ਦੇ ਰਸਤੇ 'ਤੇ ਚੱਲ ਕੇ ਸੰਸਾਰ ਨਾਲੋਂ ਵੱਖਰਾ ਨਜ਼ਰੀਆ
ਇੱਕ ਨਜ਼ਰੀਆ ਸਾਡੇ ਕੋਲ ਸਾਰਿਆਂ ਕੋਲ ਹੀ ਹੈ। ਆਪਾਂ ਇਸ ਸੰਸਾਰ ਨੂੰ ਸੱਤ ਮੰਨੀ ਬੈਠੇ ਹਾਂ, ਜਦੋਂ ਕਿ ਮਹਾਰਾਜ ਕਹਿੰਦੇ ਆ ਇਹ ਸਾਰਾ ਹੀ ਸੰਸਾਰ ਅਸਤ ਹੈ। ਜਿਹੜੀ ਚੀਜ਼ ਹੈ ਉਹ ਲੱਗਦੀ ਨਹੀਂ ਹੈ, ਜਿਹੜੀ ਨਹੀਂ ਹੈ ਉਹ ਲੱਗਦੀ ਹੈ। ਆਖੋ ਸ੍ਰੀ ਵਾਹਿਗੁਰੂ। ਪਰਮੇਸ਼ਰ ਹੈ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਲੱਗਦਾ ਪਤਾ ਨਹੀਂ ਹੈ ਕਿ ਨਹੀਂ ਹੈ। ਸਾਡਾ ਧਾਰਮਿਕ ਲੋਕਾਂ ਦਾ ਗੁਰਦੁਆਰਿਆਂ ਵਿੱਚ, ਮੰਦਿਰਾਂ ਵਿੱਚ, ਮਸੀਤਾਂ ਵਿੱਚ ਆਉਣ ਵਾਲਿਆਂ ਦਾ ਵਿਸ਼ਵਾਸ ਵੀ ਡੋਲ ਜਾਂਦਾ ਹੈ। ਪਤਾ ਨਹੀਂ ਰੱਬ ਹੈ ਕਿ ਨਹੀਂ ਹੈ। ਪਰ ਜਿਹੜੀ ਆ ਦੁਨੀਆ ਹੈ, ਜੋ ਦੋ ਅੱਖਾਂ ਨਾਲ, ਦੋ ਕੰਨਾਂ ਨਾਲ, ਦੋ ਨਾਸਕਾਂ ਨਾਲ, ਰਸਨਾ ਨਾਲ ਜਾਂ ਚਮੜੀ ਨਾਲ, ਪੰਜ ਗਿਆਨ ਇੰਦਰੀਆਂ ਦੁਆਰਾ ਜਾਂ ਸਾਡੇ ਮਨ ਜਾਂ ਬੁੱਧੀ ਦੁਆਰਾ ਜੋ ਸਾਡੀ ਫੀਲਿੰਗ 'ਚ ਆ ਰਿਹਾ ਹੈ, ਜੋ ਸਾਡੇ ਅਨੁਭਵ ਵਿੱਚ ਆ ਰਿਹਾ ਹੈ, ਉਹ ਸੱਚ ਲੱਗਦਾ ਹੈ। ਸੰਸਾਰ ਹੈ। ਕੋਈ ਕਹਿ ਦੇਵੇ, ਬ੍ਰਹਮ ਗਿਆਨੀ ਕਹਿਣਗੇ, ਮਹਾਂਪੁਰਸ਼ ਕਹਿਣਗੇ, ਗੁਰੂ ਨਾਨਕ ਸਾਹਿਬ ਕਹਿਣਗੇ ਸੰਸਾਰ ਹੈ ਨਹੀਂ। ਆਪਾਂ ਸਾਰੇ ਕਹਾਂਗੇ ਬਾਬੇ ਨੂੰ ਕੀ ਹੋ ਗਿਆ, ਸਾਹਮਣੇ ਤਾਂ ਦੁਨੀਆ ਦਿਸਦੀ ਹੈ। ਬਾਬਾ ਕਹਿੰਦਾ ਹੈ ਕੋਈ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਨੇ ਐਸੀ ਅਵਸਥਾ ਬ੍ਰਹਮ ਗਿਆਨੀ ਦੀ ਆਉਂਦੀ ਹੈ, ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੀਤਾ। ਜਦੋਂ ਇਹ ਸੰਸਾਰ ਕੁਛ ਵੀ ਨਹੀਂ ਦਿਸਦਾ, ਕੁਛ ਵੀ ਨਹੀਂ ਦਿਸਦਾ। ਕਿਉਂਕਿ ਜੇ ਹੋਵੇ ਤਾਂ ਦਿਸੇ। ਬ੍ਰਹਮ ਗਿਆਨੀ ਨੂੰ ਪਤਾ ਲੱਗ ਜਾਂਦਾ, ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੀਤਾ, ਪਾਪ ਪੁੰਨ ਤਬ ਕਹਤੇ ਹੋਤਾ। ਉਹ ਉਲਟੀ ਨਜ਼ਰ, ਸੰਸਾਰ ਨਾਲੋਂ ਵੱਖਰੀ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ, ਜੋ ਧੰਨ ਧੰਨ ਜਗਤ ਮਾਤਾ ਜੀ ਨੂੰ, ਮਾਤਾ ਸਾਹਿਬ ਦੇਵਾਂ ਜੀ ਨੂੰ ਪ੍ਰਾਪਤ ਹੋਈ ਹੈ। ਸੰਸਾਰ ਤੋਂ ਵੱਖਰੀ ਦ੍ਰਿਸ਼ਟੀ ਪ੍ਰਾਪਤ ਹੋਈ ਹੈ। ਹਰ ਇੱਕ ਇਸਤਰੀ ਇਸ ਸੰਸਾਰ ਦੇ ਵਿੱਚ, ਪੁਰਸ਼ ਹੋਵੇ ਇਸਤਰੀ ਹੋਵੇ, ਉਹ ਪੰਜਾਂ ਹੀ ਵਿਸ਼ਿਆਂ ਨੂੰ, ਜਿਹੜੇ ਪੰਜ ਵਿਸ਼ੇ ਨੇ, ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ, ਉਹਨਾਂ ਨੂੰ ਗ੍ਰਹਿਣ ਕਰਦੇ ਨੇ। ਕੰਨਾਂ ਨਾਲ ਆਵਾਜ਼ ਨੂੰ ਆਪਾਂ ਸੁਣਦੇ। ਕੋਇਲ ਦੀ ਆਵਾਜ਼ ਸਾਨੂੰ ਸਾਰਿਆਂ ਨੂੰ ਸੁਰੀਲੀ ਤੇ ਮਿੱਠੀ ਲੱਗਦੀ ਹੈ। ਕਾਂ ਦੀ ਆਵਾਜ਼ ਸਾਡੇ ਕੰਨ ਪਾੜਦੀ ਹੈ। ਰਾਗ ਦਵੈਸ਼ ਹੈ ਦੋਵਾਂ ਚੀਜ਼ਾਂ ਵਿੱਚ। ਜਿਹੜੀ ਚੀਜ਼ ਚੰਗੀ ਲੱਗਦੀ ਉਹਦੇ ਨਾਲ ਰਾਗ ਹੈ। ਰਾਗ ਨਾਮ ਹੈ ਆਕਰਸ਼ਣ ਦਾ, ਰਾਗ ਨਾਮ ਹੈ ਪ੍ਰੇਮ ਦਾ, ਰਾਗ ਨਾਮ ਹੈ ਲਗਾਓ ਦਾ। ਜਿਹੜੀ ਚੀਜ਼ ਸਾਨੂੰ ਨਾ ਚੰਗੀ ਲੱਗੇ ਉਹਦੇ ਨਾਲ ਸਾਡੀ ਦਵੈਸ਼ ਹੁੰਦੀ ਹੈ। ਹਜ਼ਾਰਾਂ ਲੱਖਾਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਨੂੰ ਪਸੰਦ ਨਹੀਂ, ਉਹ ਦਵੈਸ਼ ਹੈ। ਲੱਖਾਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਨੂੰ ਪਸੰਦ ਨੇ, ਉਹ ਰਾਗ ਹੈ। ਕੰਨਾਂ ਨਾਲ ਵੀ ਐਸਾ ਹੁੰਦਾ। ਫਿਰ ਸਪਰਸ਼ ਹੈ। ਆ ਸਾਡੀ ਚਮੜੀ ਨੂੰ ਕੁਝ ਚੀਜ਼ਾਂ ਚੰਗੀਆਂ ਲੱਗਦੀਆਂ ਨੇ। ਆ ਲੋਈ ਇਸ ਵੇਲੇ ਸਾਨੂੰ ਚੰਗੀ ਲੱਗਦੀ ਹੈ, ਪਰ ਗਰਮੀ ਦੇ ਦਿਨਾਂ ਵਿੱਚ, ਜੇਠ ਹਾੜ ਦੇ ਦਿਨਾਂ ਵਿੱਚ ਇਹ ਚੰਗੀ ਨਹੀਂ ਲੱਗੇਗੀ। ਇਹ ਸਪਰਸ਼ ਸਾਨੂੰ ਚੰਗਾ ਨਹੀਂ ਲੱਗੇਗਾ, ਉਹ ਦਵੈਸ਼ ਹੈ। ਇਸੇ ਤਰ੍ਹਾਂ ਅੱਖਾਂ ਦੇ ਨਾਲ ਕੁਝ ਸੀਨ ਵੇਖਣ ਨੂੰ ਚੰਗੇ ਲੱਗਦੇ ਆ। ਬਗੀਚਾ ਹੋਵੇ, ਫੁੱਲ ਖਿੜੇ ਹੋਣ, ਸਾਡਾ ਜੀਅ ਕਰਦਾ ਹੈ ਇਸ ਬਾਗ ਦੇ ਵਿੱਚ ਟਹਿਲੀਏ, ਵੇਖੀਏ ਕਿੰਨਾ ਸੋਹਣੇ ਫੁੱਲ ਖਿੜੇ ਹਨ। ਜੇ ਕਿਤੇ ਸਾਹਮਣੇ ਸੱਪ ਆ ਜਾਵੇ, ਕੋਈ ਗੰਦਗੀ ਆ ਜਾਵੇ, ਕੋਈ ਮਾੜਾ ਸੀਨ, ਕੋਈ ਐਕਸੀਡੈਂਟ ਹੋਇਆ ਹੋਵੇ, ਕੋਈ ਐਸੀ ਚੀਜ਼ ਦੇਖ ਕੇ ਮਨ ਨੂੰ ਗਿਲਾਨੀ ਆ ਜਾਂਦੀ ਹੈ, ਉਹ ਦਵੈਸ਼ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਮਿੱਠਾ ਚੰਗਾ ਲੱਗਦਾ ਹੈ, ਕੌੜਾ ਨਹੀਂ ਚੰਗਾ ਲੱਗਦਾ ਜੀਵ ਨੂੰ। ਪੰਜੇ ਹੀ ਗਿਆਨ ਇੰਦਰੀਆਂ ਦੀ ਐਸੀ ਦਸ਼ਾ ਰਾਗ ਦਵੈਸ਼ ਕਰਕੇ ਹੁੰਦੀ ਹੈ। ਕੋਈ ਇਸ ਤੋਂ ਪਰੇ ਲੰਘਦਾ ਉਲਟੀ ਨਜ਼ਰ ਵਾਲਾ, ਸੰਸਾਰ ਨੂੰ ਨਹੀਂ ਸਮਝ ਆਉਂਦੀ ਹੈ ਕੀ ਕਰ ਰਿਹਾ ਹੈ। ਸੰਸਾਰ ਉਹਨਾਂ ਮਹਾਂਪੁਰਸ਼ਾਂ ਨੂੰ ਸਮਝਦਾ ਨਹੀਂ, ਬਲਕਿ ਕਹਿੰਦਾ ਹੈ ਕੋਈ ਆਖੇ ਭੂਤਨਾ, ਕੋ ਕਹੈ ਬੇਤਾਲਾ। ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਭੂਤ ਚਿੰਬੜ ਗਏ ਨੇ, ਕੋਈ ਕਹਿੰਦਾ ਬੇਤਾਲ ਚਿੰਬੜ ਗਿਆ ਹੈ। ਭਗਤ ਕਬੀਰ ਸਾਹਿਬ ਨੂੰ ਕਹਿੰਦੇ ਨੇ ਲੋਕ ਕਹੈ ਕਬੀਰ ਬੌਰਾਨਾ, ਇਹਦਾ ਦਿਮਾਗ ਠੀਕ ਨਹੀਂ ਹੈ। ਕਬੀਰ ਕਾ ਮਰਮ ਰਾਮ ਪਹਿਚਾਨਾ। ਇਹ ਬੱਚੀ ਜਦੋਂ ਦਾ ਜਨਮ ਲਿਆ ਰੋਹਤਾਸ ਸ਼ਹਿਰ ਦੇ ਵਿੱਚ, ਭਾਈ ਰਾਮੂ ਜੀ ਉਹਨਾਂ ਦੇ ਘਰ ਗੁਰੂ ਕੀ ਸਿੱਖੀ ਦਾ ਮੂਲ ਤੋਂ ਹੀ ਪ੍ਰਚਾਰ ਸੀ।
गुरु नानक देव जी महाराज उत्थे जाके चश्मा चलाया, उत्थे किरपा कीती, बख्शिश कीती। उत्थे अस्थान मौजूद है, हुण भावें वो पाकिस्तान विच चला गया। बहुत कुछ साडा इतिहास, साडा विरसा उधर रह गया। सन 47 विच उस नगर दे सिੱਖੀ दा बोलबाला सी। भाई रामू जी ने फुरना कीता, आ जिहड़ी मेरी बच्ची आई है ये गुरु पातशाह दे चरणां दी सेवा करेगी, ये गुरु की दासी बनेगी। क्योंकि साध संगत जी, गुरु के सिखां दे फुरने की हुंदे ने। शेरे पंजाब महाराजा रणजीत सिंह दे पोतरे दा सेहरा बनिया। महाराजा साहब कहंदे ये मेरे नौ निहाल वास्ते नहीं, ये सतगुरु रामदास दे चरणां विच चढ़ना चाहिदा। कोई भी गुरु का सिख प्यार गुरु नूं करदा होवे, अपने आप नूं ही गुरु तो वार दिंदा है, सब कुछ गुरु तो कुर्बान करता है। मेरी बच्ची गुरु की सेवा करेगी, ये फुरना होया। गुरु ने किरपा की, माता जी का आगमन होया। और साध संगत जी, अजकल बहुत सारे संसार दे विच नास्तिकता का जोर हो गया है। ऐसियां कुछ गल्लां जिहड़ियां अध्यात्मिक हन वो साडे वर्गियां दी समझ विच नहीं आउंदियां। जिहड़ी गल साडी समझ नहीं आउंदी असीं कहने हो ही नहीं सकदी। पर जो साडे पुरातन बजुर्ग गुरसिख सन, भाई साहब संतोख सिंह जी वर्गे, ज्ञानी ज्ञान सिंह जी वर्गे, भाई रतन सिंह जी वर्गे, जिन्हां दा अनुभव खुला होया सी। प्रोफैसर पूर्ण सिंह जी ने भाई संतोख सिंह जी के बारे कुछ बचन कहे ने। वो कहते सिखो शुक्र करो, सिखो शुक्र करो भी तुहाडे गुरुआं दा इतिहास एक ध्यानी पुरुष ने लिखिया है, जिहदा ध्यान जुड़िया होया सी, जिहदी सुरत एकागर वो ध्यान दे मंडलां विच जो उसने देखिया अनुभव कीता वो लिखिया है। साध संगत जी, ये जिहड़ी आत्मा ये नहीं मरदी, ये ना जमदी है ना मरदी है, ना आउंदी है ना जांदी है, ये सदा ही है। ये परमेश्वर की जोत है। पर सानू सारिਆਂ ਨੂੰ ਇਹਦਾ अनुभव होवे ऐसा जरूरी नहीं है। ये अनुभव गुरु किरपा नाल हुंदा है। ऐसियां रूहां दा सਦੀवी प्रेम हुंदा है। बड़े सोहणे बचन किसे फारसी दे, उर्दू दे शायरां ने, पंजाबी दे शायरां ने लिखे ने। शायद साईं बुल्ले शाह जी दे बचन ने। वो कहते हैं मेरी ते रांझे दी प्रीत चिरोकी जदों चूचक मूचक नाई। मेरी ते रांझे दी प्रीत चिरोकी उदों दी है, उदों दी है ये प्रीत जदों ये संसार नहीं सी बनिया, जदों ये धरती नहीं सी बनी, जदों ये पसारा ही नहीं सी पसरिया, उदों दी मेरी प्रीत है। ये प्रीत आत्मा ते परमात्मा दी प्रीत है। माता जी का सतगुरां नाल आत्मक प्रेम सी और ये अनादि प्रेम सी। ये कदों तो सी ये दसिया नहीं जा सकता। टाइमलैस, टाइम नहीं उत्थे, आपां टाइम दे अनुसार चलते हैं। पास्ट, प्रेजेंट ते फ्यूचर तो बाहर असीं नहीं निकल सकते। असीं तिन्नां कालां दे विच विचरदे हां। जिहड़ा तिन्नां तो परे अकाल है उहदी गल है। कहंदे माता जी का गुरु नाल इतना प्यार कि जदों समा आया ओ प्रीत परबल होई, आबे प्रीत महापरबल पही। सारी संगत ने जो बाबा रामू जी ने फुरना कीता सी वो लिया के सतगुरु कलगीधर पातशाह के चरणां विच हाजिर कीता। फुरना पातशाह के चरणां विच ज़ाहिर कीता। महाराज जी साडी बेटी आप जी के चरणां च सेवा करेगी। असीं इहदे जन्म तो फुरना कीता होया है। और ये गल सम्मत साध संगत जी 1757 विक्रमी ते ईसवी सीगा पूरा 1700। अजकल कई बारी साडे कुछ वीर जाने अनजाने इतिहास नूं पता नहीं किहड़ा किहड़ा रंग दे दिंदे ने। कहणगे जी माता साहब देवा जी ने पतासे पाए सी अंबर संचार विच। आम तौर ते आपां हुण कई बारी इदां ही सुनन लग पए आ। पर जदों कि अंबर संचार वेले ते माता जी आनंदपुर साहब आए ही नहीं सन। उदों माता वड्डे सन, माता जीता जी। जदों भाई राम कोयल जी ब्रह्म ज्ञानी महाराज सच्चे पातशाह बाणी पढ़ी जाते हैं, खंडा फेरी जाते,
ਤੇ ਤੇਜ ਤੇਜ ਜੋ ਚੰਡੀ ਬਾਣੀ ਸ੍ਰੀ ਮੁਖ ਅੰਮ੍ਰਿਤ ਮੱਧ ਬਖਾਣੀ। ਭਾਈ ਰਤਨ ਸਿੰਘ ਲਿਖਿਆ। ਜੋ ਬਾਣੀ ਪੜ੍ਹੀ ਜਾਂਦੇ ਵੀਰ ਰਸ ਦੀ, ਤਾਂ ਦੋ ਚਿੜੇ ਆਏ। ਪਾਤਸ਼ਾਹ ਨੇ ਇੱਕ ਡਬੋਲੀਏ ਵਿੱਚ ਛੋਟਾ ਪਾਟਾ, ਉਹਦੇ ਵਿੱਚ ਕੁਝ ਬੂੰਦਾਂ ਪਾ ਕੇ ਉਹਨਾਂ ਨੂੰ ਛਕਾਈਆਂ। ਉਹ ਆਪਸ ਵਿੱਚ ਭਿੜ ਪਏ। ਅੱਧਾ ਘੰਟਾ ਉਹ ਲੜੀ ਗਏ ਤੇ ਲੜਦੇ ਲੜਦੇ ਦੋਵੇਂ ਚਿੜੇ ਸਮਾਪਤ ਹੋ ਗਏ। ਭਾਈ ਰਾਮ ਕੋਇਲ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ ਵਿੱਚੋਂ, ਜਿਨ੍ਹਾਂ ਨੇ ਕਲਗੀਧਰ ਜੀ ਨੂੰ ਗੁਰਿਆਈ ਦਾ ਤਿਲਕ ਵੀ ਦਿੱਤਾ ਹੈ, ਉਹ ਗਏ ਮਾਤਾ ਜੀ ਕੋਲ। ਮਾਤਾ ਜੀਤਾਂ ਜੀ ਕੋਲ ਵੱਡੇ ਸਨ। ਅੱਜ ਕੱਲ੍ਹ ਤਾਂ ਇਹ ਵੀ ਪ੍ਰਚਾਰ ਕੀਤਾ ਜਾਂਦਾ ਹੈ, ਆਖੇ ਜੀ ਮਾਤਾ ਜਦੋਂ ਘਰ ਦਾ ਜਨਮ ਹੋਇਆ ਉਹਦਾ ਨਾਂ ਜੀਤੋ ਰੱਖਿਆ। ਜਦੋਂ ਗੁਰੂ ਘਰ 'ਚ ਆਏ ਤੇ ਮਾਤਾ ਜੀ ਨੇ, ਮਾਤਾ ਗੁਜਰੀ ਜੀ ਨੇ ਉਹਨਾਂ ਦਾ ਨਾਂ ਸੁੰਦਰੀ ਰੱਖ ਦਿੱਤਾ। ਤੇ ਫਿਰ ਅੰਮ੍ਰਿਤ ਛਕਿਆ ਤੇ ਉਹਨਾਂ ਨੂੰ ਹੀ ਸਾਹਿਬ ਕੌਰ ਬਣਾ ਤਾ। ਆਹ ਕਿਤਾਬਾਂ ਲਿਖੀਆਂ ਜਾ ਰਹੀਆਂ ਔਰ ਬੜੀਆਂ ਵੱਡੀਆਂ ਸੰਸਥਾਵਾਂ ਵੱਲੋਂ ਛਾਪੀਆਂ ਜਾ ਰਹੀਆਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹਦਾ ਨਿਰਣਾ ਵੀ ਕੀਤਾ, ਹੋਰ ਵਿਦਵਾਨਾਂ ਨੇ ਕੀਤਾ। ਉਹ ਕਹਿੰਦੇ ਦੇਖੋ, ਮਾਤਾ ਜੀਤਾਂ ਜੀ ਦਾ ਅੰਗੀਠਾ ਸ੍ਰੀ ਅਨੰਦਪੁਰ ਸਾਹਿਬ ਆਗਮਗੜ੍ਹ ਸਾਹਿਬ ਹੈ, ਉੱਥੇ ਉਹਨਾਂ ਦਾ ਸੰਸਕਾਰ ਹੋਇਆ। ਸੰਨ 1757 ਦੇ ਵਿੱਚ ਮਾਤਾ ਜੀ ਸਾਹਿਬ ਦੇਵਾਂ ਜੀ ਦੇ ਆਉਣ ਤੋਂ ਪਹਿਲਾਂ ਉਹਨਾਂ ਦਾ ਸਰੀਰ ਸ਼ਾਂਤ ਹੋ ਗਿਆ। ਉਹਨਾਂ ਦਾ ਉੱਥੇ ਸੰਸਕਾਰ ਹੋਇਆ। ਅੰਗੀਠਾ ਸਾਹਿਬ ਬਣਿਆ ਹੋਇਆ ਆਗਮਪੁਰੇ, ਅਨੰਦਪੁਰ ਸਾਹਿਬ, ਹੋਲਗੜ੍ਹ ਸਾਹਿਬ ਕਿਲੇ ਦੇ ਨੇੜੇ ਹੈ। ਮਾਤਾ ਸੁੰਦਰੀ ਜੀ ਦਾ ਅੰਗੀਠਾ ਆ ਆਪਾਂ ਦਰਸ਼ਨ ਕਰ ਰਹੇ ਹਾਂ ਬਾਲਾ ਸਾਹਿਬ ਹੀ। ਸੰਨ 1804 ਬਿਕਰਮੀ ਤੇ 1747-48 ਦਾ ਇਹ ਸਮਾਂ ਬਣਦਾ ਬਿਕਰ ਈਸਵੀ ਦਾ। ਮਾਤਾ ਜੀ ਦਾ, ਵੱਡੇ ਮਾਤਾ ਸੁੰਦਰੀ ਜੀ ਦਾ। ਮਾਤਾ ਸਾਹਿਬ ਦੇਵਾਂ ਜੀ ਦਾ ਚਲਾਣਾ ਪਹਿਲਾਂ ਹੋਇਆ। ਭਾਈ ਕਾਹਨ ਸਿੰਘ ਜੀ ਨਾਭਾ ਲਿਖਿਆ। ਪਰ ਦਾਸ ਨੂੰ ਜਿੱਥੋਂ ਤੱਕ ਸਮਝ ਆਈ, ਮਾਤਾ ਜੀ ਦੇ 8 ਹੁਕਮਨਾਮੇ ਸਾਨੂੰ ਮਿਲਦੇ। ਡਾਕਟਰ ਗੰਡਾ ਸਿੰਘ ਜੀ ਨੇ ਸਤਿਗੁਰਾਂ ਦੇ ਅਤੇ ਮਾਤਾਵਾਂ ਦੇ ਹੁਕਮਨਾਮੇ ਇਕੱਠੇ ਕਰਕੇ ਕੋਸ਼ਿਸ਼ ਕੀਤੀ ਵੱਧ ਤੋਂ ਵੱਧ ਲੱਭਣ ਦੀ। 22 ਹੁਕਮਨਾਮੇ ਗੁਰੂ ਤੇਗ ਬਹਾਦਰ ਸਾਹਿਬ ਦੇ ਉਹਨਾਂ ਨੂੰ ਲੱਭੇ। 33 ਹੁਕਮਨਾਮੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲੱਭੇ। 8 ਮਾਤਾ ਸੁੰਦਰੀ ਜੀ ਦੇ ਤੇ 8 ਮਾਤਾ ਸਾਹਿਬ ਦੇਵਾਂ ਜੀ ਦੇ ਲੱਭੇ। ਉਹਦੇ ਵਿੱਚ ਜਿਹੜਾ ਲਾਸਟ ਹੁਕਮਨਾਮਾ ਮਾਤਾ ਸਾਹਿਬ ਦੇਵਾਂ ਜੀ ਦਾ ਮਿਲਿਆ, ਉਹ 1734 ਤੱਕ ਮਿਲਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ 8ਵੇਂ ਜੋਤੀ ਜੋਤ ਸਮਾਏ। 34 ਤੱਕ ਕਿੰਨੇ ਸਾਲ ਬਣਦੇ ਨੇ? 26 ਸਾਲ। ਇਹਦਾ ਮਤਲਬ ਕਲਗੀਧਰ ਜੀ ਤੋਂ 26 ਸਾਲ ਬਾਅਦ ਮਾਤਾ ਜੀ ਇੱਥੇ ਸਨ। ਉਸ ਤੋਂ ਬਾਅਦ ਉਹਨਾਂ ਦਾ ਸਰੀਰ ਸਾਡੇ ਇਸ ਸੰਸਾਰ ਤੋਂ ਪਰਦਾ ਕੀਤਾ। ਸੋ ਇਹ ਕੁਝ ਇਤਿਹਾਸਕ ਨੁਕਤੇ ਵੀ ਹਨ ਜਿਹੜੇ ਸਾਨੂੰ ਵਿਚਾਰ ਲੈਣੇ ਚਾਹੀਦੇ। ਮਾਤਾ ਜੀਤਾਂ ਜੀ ਨੇ ਪਤਾਸੇ ਪਾਏ ਅੰਬਾਟੇ ਦੇ ਵਿੱਚ, ਪਰ ਖਾਲਸੇ ਦੀ ਮਾਤਾ ਫਿਰ ਸਾਹਿਬ ਦੇਵਾਂ ਜੀ ਨੂੰ ਕਿਉਂ ਕਿਹਾ ਜਾਂਦਾ? ਇਸ ਕਰਕੇ ਕਿ ਜਦੋਂ ਮਾਤਾ ਜੀ ਨੇ ਫੁਰਨਾ ਕੀਤਾ ਕਿ ਮੇਰਾ ਵੀ ਕੋਈ ਸੰਸਾਰ ਤੇ ਨਾਂ ਲੈਣ ਵਾਲਾ ਕੋਈ ਅੰਸ਼ ਬੰਸ ਹੋਵੇ, ਮੇਰਾ ਵੀ ਪੁੱਤਰ ਹੋਵੇ। ਜਿਵੇਂ ਮਾਤਾ ਜੀਤਾਂ ਜੀ ਦੇ 3 ਸਾਹਿਬਜ਼ਾਦੇ ਹੋਏ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ। ਮਾਤਾ ਸੁੰਦਰੀ ਜੀ ਦੇ ਇੱਕੋ ਹੀ ਸਾਹਿਬਜ਼ਾਦੇ ਹੋਏ ਨੇ, ਵੱਡੇ ਬਾਬਾ ਅਜੀਤ ਸਿੰਘ ਸਾਹਿਬ। ਤੇ ਮਾਤਾ ਸਾਹਿਬ ਦੇਵਾਂ ਜੀ ਦੇ ਆ ਖਾਲਸਾ ਪੰਥ ਹੈ। ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਕਿ ਤੁਹਾਡਾ ਪੁੱਤਰ ਖਾਲਸਾ ਪੰਥ ਤੁਹਾਡੀ ਗੋਦ ਵਿੱਚ ਪਾਤਾ, ਸਦਾ ਹੀ ਰਹੇਗਾ। ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸੰਗਤ ਨੇ ਬੇਨਤੀ ਕੀਤੀ, ਸਤਿਗੁਰੂ ਜੀ ਇਹ ਸਾਰਾ ਇਲਾਕਾ ਇਹਨਾਂ ਨੂੰ ਮਾਤਾ ਮੰਨਦਾ ਹੈ ਬਚਪਨ ਤੋਂ ਹੀ, ਕਿਉਂਕਿ ਸਾਰਿਆਂ ਜੇ ਬਾਬਾ ਰਾਮੂ ਜੀ ਨੇ ਗੱਲ ਪ੍ਰਸਿੱਧ ਕਰਤੀ, ਸੰਗਤ ਵਿੱਚ ਹੌਲੇ ਹੌਲੇ ਪਸਰ ਗਈ ਵੀ ਇਹਨਾਂ ਦਾ ਫੁਰਨਾ ਵੀ ਇਹ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਨਗੇ, ਮਾਤਾ ਜੀ ਕਰਕੇ ਹੀ ਜਾਣਦੇ। ਸਤਿਗੁਰੂ ਕਹਿਣ ਲੱਗੇ ਸਾਡਾ ਤਾਂ ਹੁਣ ਜੰਗੀ ਕਮਰ ਕਸਾ ਸਜਾ ਲਿਆ ਹੈ। ਜੰਗੀ ਕਮਰ ਕਸੇ ਦਾ ਭਾਵ ਹੈ ਵੀ ਅਸੀਂ ਹੁਣ ਗ੍ਰਸਤ ਦੇ ਸੰਸਾਰ ਦੇ ਫੁਰਨਿਆਂ ਵਿੱਚ ਨਹੀਂ ਪੈਣਾ। 4 ਸਾਹਿਬਜ਼ਾਦੇ ਸਾਡੇ ਹੋਣੇ ਸਨ, ਸਰੀਰ ਕਰਕੇ ਉਹ ਮਹਾਰਾਜ ਅਕਾਲ ਪੁਰਖ ਦੇ ਹੁਕਮ ਨਾਲ ਪ੍ਰਗਟ ਹੋਏ ਹਨ
और ये भी कोई साध संगत दी आम आत्मावां नहीं, अकाल पुरख दीआं भेजियां महान ये शक्तियां सन चारे ही साहिबजादे। धन धन बाबा फतेह सिंह साहिब जी, ये देखो संसार विच महापुरुष तां बड़े बड़े होए, पर बाबा फतेह सिंह जैसा बनना बड़ा औखा है। 7 साल तो भी घट उम्र दे विच परम पदवी आत्म पदवी प्राप्त कर लई। श्री गुरु गोबिंद सिंह साहब सरबलोक ग्रंथ विच लिखिया है, साहिब जी कहंदे आ, कहंदे संसार दीआं डिक्शनरियां दे विच 2 लफज 2 वर्ड 2 पद ऐसे हैं जिहड़े बहुत उच्चे हैं। संसार दी डिक्शनरी भावें वो किसी भी देश कौम दे विच किसी भाषा विच होवे, 2 वर्ड हैं। एक तो है उस हस्ती बारे जिसनों आपां सिरजणहार कहने हाँ, निरंकार कहने हाँ, परमेश्वर कहने हाँ, वाहिगुरू कहने हाँ, अल्लाह कहने हाँ, खुदा कहने हाँ, गाड कहने हाँ, भगवान कहने हाँ। वो इक्को ही है ना, उहदे भावें कोई लखा रख लवे, बेअंत उहदे नाम ने। वो एक हस्ती ऐसी है जिहड़ी आ सारी कुल कायनात कुल ब्रह्मंडां दी मालक है, वो परम सत है, परमेश्वर है। कहते दूसरा वर्ड है गुरु, जो उस परमात्मा दा ही वाहिगुरू दा ही परमेश्वर दा ही रूप है, पर उन्हें साडे वर्गा रूप बनाया। 2 हत्थां वाला, 2 पैरां वाला, 2 अखां वाला मनुखी जामा धारण करके वो आया। माता दे गर्भ विचों पिता दे कुल विचों उन्हें जन्म लिया। वो गुरु है वो परमात्मा ही। आखो सतनाम श्री वाहिगुरू। गुर परमेश्वर एको जान। गुरु ते परमात्मा 'च कोई फर्क नहीं, पर वो क्योंकि सानू चिकड़ चों कढ़ना सी, साडे वर्गा बन के आया। साध रूप अपना तन धारिया, साडे वर्गा बन के आया, साडे विच आया। है वो परमेश्वर, है वो अकाल पुरख, पर बन के साडे वर्गा हुंदा, 10 जामे धारण करदा, साडी बांह फड़दा, सानू इस फर्श तो चुक के अर्श ते पहुंचांदा। वो गुरु है। कहंदे ये दोवें ही बहुत वड्डे ने, बहुत वड्डे ने। वैसे है तो इक्को है, पर कहण नूं 2 है, एक परमेश्वर है, एक गुरु है। आखो श्री वाहिगुरू। समझाउण वास्ते बोलण वास्ते द्वैत दा विहार हुंदा है। जदों असीं गल करनी है, एक ने बोलना, एक ने सुनना, तां ही गल समझ आनी है। जदों समझ आ जानी उदों बोलना बंद हो जाना। आखो श्री वाहिगुरू। वो बड़ी उच्ची खेड है। एक परमात्मा, एक गुरु संसार दी डिक्शनरी सब तो वड्डे ने। कहंदे इन्हां दोवां तो वड्डा भी कोई है? कहंदे परमात्मा तो ते गुरु तो वड्डा कौन है? गुरु गोबिंद सिंह साहब लिखते हैं, कहते हाँ है। कहते हर ही होए तो कहाँ आश्चर्य है, खालस पद को प्राप्त वारो, सिख्या पद दूहन ते गौरो, आत्म की प्राप्ति विचारो। इस कलगीधर पातशाह कहते उस नूं परमात्मा कह दिओ तां कोई हैरानीजनक गल नहीं। जिसनों खालसा कहा गया, जिसनों खालसा कहा उन्होंने हरी कह दिओ, हर ही होए वो परमात्मा ही है, तो कहाँ आश्चर्य है? कोई हैरानी वाली गल नहीं। कहते खालस पद को प्राप्त वारो, जिन्हों खालसा पद भी प्राप्त है। फिर अगली पंक्ति कहते सिख्या पद दोहन ते गौरव, गौरव भारा वजनदार वड्डा श्रोमणी। कहते जिहड़ा सिख पद है ना, सिख ये गुरु नालों भी हरि नालों भी भारा है। गुरु गोबिंद सिंह साहब की उडारी है। जहाँ ना पहुँचे रवि वहाँ पहुँचे कवि। जदों काव की उडारी उड़दा वो बहुत डूंगा जाता, जिथे सूरज दी किरणां नहीं जांदियां उत्थे हो जाता। वो उडारी है। कलगीधर पातशाह का अनुभव है। वो कहते मेरा अनुभव कहता, मेरे विचार ने कि हरि नालों ते गुरु नालों सिख वड्डा है। वो कहते किवें किवें वड्डा? क्योंकि बिना दलील दे नहीं गल कीती, सारी गल दलील नाल बाणी च कीती है। वो कहते जिहड़ा हरी है वो तो खानदानी अमीर है। खानदानी अमीर हुंदा, दादा भी राजा सी, पड़दादा भी राजा सी, पोता पड़ोता भी उत्थे बैठा।
ਖਾਨਦਾਨੀ ਅਮੀਰ ਹੈ, ਕੁਛ ਕੀਤਾ ਤਾਂ ਕੋਈ ਨਹੀਂ, ਦਾਦੇ ਪੜਦਾਦੇ ਦੀ ਕਮਾਈ ਹੈ, ਖਾਨਦਾਨੀ ਚਲੀ ਆਉਂਦੀ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ, ਉਹ ਸਦਾ ਹੀ ਸੱਚ ਹੈ। ਉਹ ਤਾਂ ਪਾਵਰਫੁਲ ਹੈ, ਉਹ ਕਿਸੇ ਦਾ ਬਣਾਇਆ ਹੋਇਆ ਤਾਂ ਪਾਵਰਫੁਲ ਨਹੀਂ ਨਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੇ ਕਹਿੰਦੇ ਜਿਹੜਾ ਗੁਰੂ ਹੈ ਉਹ ਆਪ ਹੀ ਗੁਰੂ ਬਣਿਆ, ਉਹਦੇ 'ਚ ਵੀ ਕੋਈ ਫਰਕ ਨਹੀਂ, ਉਹ ਵੀ ਖਾਨਦਾਨੀ ਅਮੀਰ ਹੈ। ਪਰ ਵਿਚਾਰਾ ਸਿੱਖ ਇੱਕ ਫਰਸ਼ ਦੇ ਉੱਤੇ, ਇਸ ਧਰਤੀ ਉੱਤੇ ਪੈਦਾ ਹੋ ਕੇ ਅਰਸ਼ ਦੀ ਉਡਾਰੀ ਮਾਰ ਗਿਆ। ਆਖੋ ਸਤਿਨਾਮ ਸ੍ਰੀ। ਇਸ ਦੁਨੀਆ ਤੇ ਪੈਦਾ ਹੋਇਆ, ਮਾਂ ਦੇ ਪੇਟ ਤੋਂ ਪੈਦਾ ਹੋਇਆ, ਕਰਮ ਦਾ ਬੰਧਨ ਬੱਧਿਆ ਹੋਇਆ ਆਇਆ, ਕਰਮਾਂ ਦੇ ਬੰਧਨ 'ਚ ਫਸਿਆ ਹੋਇਆ ਆਇਆ, ਆਪਣੇ ਕਰਮਾਂ ਦਾ ਭੋਗ ਭੋਗਣ ਲਈ ਆਇਆ। ਪਰ ਉਹ ਗੁਰੂ ਦੇ ਲੜ ਲੱਗ ਕੇ ਐਸੀ ਉਹਨੇ ਕਮਾਈ ਕੀਤੀ, ਐਸੀ ਉਹਨੇ ਸਾਧਨਾ ਕੀਤੀ, ਐਸੀ ਉਹਨੇ ਉਡਾਰੀ ਭਰੀ, ਇਤਨੀ ਉਡਾਰੀ ਉੱਚੀ ਭਰੀ ਕਿ ਉਹ ਹਰੀ ਬਣ ਗਿਆ, ਉਹ ਗੁਰੂ ਬਣ ਗਿਆ। ਉਹ ਲਹਿਣੇ ਤੋਂ ਗੁਰੂ ਅੰਗਦ ਬਣ ਗਿਆ ਤੇ ਗੁਰੂ ਅੰਗਦ ਗੁਰੂ ਨਾਨਕ ਬਣ ਗਿਆ। ਆਖੋ ਸ੍ਰੀ ਵਾਹਿਗੁਰੂ। ਉਹ ਭਾਈ ਦਇਆ ਸਿੰਘ, ਉਹ ਭਾਈ ਧਰਮ ਸਿੰਘ, ਉਹ ਭਾਈ ਹਿੰਮਤ ਸਿੰਘ, ਉਹ ਭਾਈ ਮੋਹਕਮ ਸਿੰਘ, ਉਹ ਭਾਈ ਸਾਹਿਬ ਸਿੰਘ। ਤੇ ਗੁਰੂ ਗੋਬਿੰਦ ਸਿੰਘ ਨੇ ਕਹਿਤਾ, ਮੇਰਾ ਰੂਪ ਹੈ ਖਾਲਸਾ, ਮੇਰੋ ਰੂਪ ਹੈ ਖਾਸ। ਕਹਿੰਦੇ ਉਹ ਜਿਹੜੀ ਅਵਸਥਾ ਹੈ ਘਾਲਣਾ ਤੇ ਉਹਨੇ ਘਾਲੀ ਹੈ ਨਾ, ਸ਼ਾਬਾਸ਼ ਤਾਂ ਉਹਨੂੰ ਦੇਣੀ। ਇੱਕ ਖਾਨਦਾਨੀ ਅਮੀਰ ਬੈਠਾ, ਉਹਦੇ ਬਾਰੇ ਗੱਲ ਚੱਲਦੀ, ਆਪਾਂ ਸਾਰੇ ਕਹਾਂਗਾ ਇਹ ਤਾਂ ਨਾ ਖਾਨਦਾਨੀ ਹੈ। ਤਾਂ ਇੱਕ ਬੰਦਾ ਵਿਚਾਰਾ ਰਿਕਸ਼ਾ ਵਾਹੁੰਦਾ ਹੋਇਆ, ਦਿਹਾੜੀ ਕਰਦਾ ਹੋਇਆ, ਖੇਤੀਬਾੜੀ ਮਜ਼ਦੂਰੀ ਕਰਦਾ ਹੋਇਆ, ਮਿਹਨਤ ਕਰ 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 ਕਰਕੇ ਵੱਡਾ ਸੇਠ ਬਣ ਜਾਵੇ ਤੇ ਉਹਨੂੰ ਆਪਾਂ ਬੜੀ ਮਿਹਨਤ ਕੀਤੀ ਹੈ ਬਈ, ਵਾਹ ਵੇ ਸ਼ਾਬਾਸ਼, ਕਮਾਲ ਕਰਤੀ ਹੈ ਤੂੰ ਤਾਂ। ਸਤਿਸੰਗ ਜਿਹੜਾ ਖਾਲਸ ਪਦਵੀ ਪ੍ਰਾਪਤ ਕੀਤੀ, ਉਹ ਕਲਗੀਆਂ ਵਾਲੇ ਦਾ ਖਾਲਸਾ। ਧੰਨ ਬਾਬਾ ਫਤਿਹ ਸਿੰਘ ਜੀ ਤੋਂ ਬਚਨ ਚੱਲਿਆ ਸੀ ਕਿ ਉਹ ਕਿੱਡੀ ਵੱਡੀ ਖੇਡ ਸੀ। ਉਹ 7 ਸਾਲ ਦੇ ਬੱਚੇ ਨੂੰ ਇੱਕ ਟੋਫੀ ਦਈਏ ਤੇ ਉਹ ਜੋ ਮਰਜ਼ੀ ਉਹਦੇ ਕੋਲ ਮਨਾ ਲਈਏ, ਇੱਕ ਚਪੇੜ ਦਿਖਾਈਏ ਤੇ ਜੋ ਮਰਜ਼ੀ ਮਨਾ ਲਈਏ। ਦੁਨੀਆ ਦੇ ਲਾਲਚ ਵੀ ਦਿੱਤੇ ਗਏ, ਦੁਨੀਆ ਦੇ ਡਰਾਵੇ ਦਿੱਤੇ ਗਏ, ਦੋਵਾਂ ਤੋਂ ਕੋਈ ਫਰਕ ਨਹੀਂ ਪਿਆ। ਤੇ ਉਸ ਮੌਤ ਨੂੰ ਕਬੂਲ ਕਰਨਾ, ਆਤਮ ਪਦਵੀ ਦੇ ਵਿੱਚ ਗਏ ਤੋਂ ਬਿਨਾਂ ਮੌਤ ਨੂੰ ਨਹੀਂ ਕਬੂਲਿਆ ਜਾ ਸਕਦਾ। ਆਤਮ ਗਿਆਨੀ ਹੀ ਇੱਕ ਹੈ ਦੁਨੀਆ ਤੇ, ਜਿਸ ਨੂੰ ਸਾਖਸ਼ਾਤ ਹੋ ਚੁੱਕਾ ਹੁੰਦਾ ਹੈ ਕਿ ਮੈਂ ਮਰਨ ਵਾਲਾ ਨਹੀਂ ਹਾਂ। ਆਹਾ, ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੋਏ ਮਿਲਿਓ ਹੈ ਜੀਵਨਹਾਰਾ। ਉਹ ਬਾਬਾ ਫਤਿਹ ਸਿੰਘ ਸਾਹਿਬ ਜੀ, ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਉਸ ਪਦਵੀ ਨੂੰ ਪਹੁੰਚੇ ਹੋਏ। 4 ਪੁੱਤਰ ਕਲਗੀਧਰ ਪਾਤਸ਼ਾਹ ਦੇ ਤੇ 5ਵਾਂ ਪੁੱਤਰ ਮਹਾਰਾਜ ਨੇ ਜਿਹੜਾ ਪੈਦਾ ਕੀਤਾ, ਉਹ ਵੀ ਉਸੇ ਪਦਵੀ ਦਾ ਮਾਲਕ ਸੀ ਕਿ ਬੰਦ ਕੱਟੇ ਗਏ। ਭਾਈ ਮਾਨੀ ਸਿੰਘ ਹੋਰਾਂ ਦੇ ਖੋਪਰ ਲਏ, ਭਾਈ ਤਾਰੂ ਸਿੰਘ ਦੇ ਆਰੇ ਨਾਲ ਚੀਰੇ ਗਏ, ਖੋਪਰੀਆਂ ਲਾਈਆਂ ਗਈਆਂ, ਦੇਗਾਂ 'ਚ ਉਬਾਲੇ ਗਏ, ਕਈ ਚਰਖ ਕਈ ਫਾਂਸੀ ਮਾਰੇ। ਭਾਈ ਰਤਨ ਸਿੰਘ ਜੀ ਨੇ, ਰਤਨ ਸਿੰਘ ਭੰਗੂ ਜੀ ਨੇ ਪੰਥ ਪ੍ਰਕਾਸ਼ ਵਿੱਚ 18 ਤਰੀਕੇ ਲਿਖੇ ਨੇ ਸਿੱਖਾਂ ਨੂੰ ਜ਼ਕਰੀਆ ਖਾਂ ਮਾਰਦਾ ਸੀ। ਕਈ ਚਰਖ ਕਈ ਫਾਂਸੀ ਮਾਰੇ, ਕਈ ਤੋਪਨ ਕਈ ਛੁਰੀ ਕਟਾਰੇ, ਕਈਆਂ ਕੇ ਸਿਰ ਮੁੰਗਲੀ ਕੂਟੇ, ਕਈ ਡੋਬੇ ਕਈ ਘਸੀਟੇ, ਕਈ ਪਾਣੀ 'ਚ ਡੋਬ ਕੇ ਮਾਰਤੇ, ਕਈਆਂ ਦੇ ਸਿਰ ਉਖਲੀਆਂ 'ਚ ਰੱਖ ਕੇ ਏਦਾਂ ਮੋਹਲਿਆਂ ਨਾਲ ਛੱਡ ਦਿੱਤੇ ਚਾਵਲਾਂ ਦੀ ਤਰ੍ਹਾਂ। 7 ਸਿੰਘ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਆਉਂਦੀ ਹੈ ਨਾ, ਭੱਟਾਂ ਦੇ ਸਵਈਏ, ਇਹਨਾਂ ਭੱਟਾਂ ਦੇ ਪਰਿਵਾਰ ਵਿੱਚੋਂ 7 ਸਿੰਘ ਜ਼ਕਰੀਆ ਖਾਨ ਨੇ ਟੋਆ ਪੱਟ ਕੇ ਲੰਮੇ ਪਾ ਕੇ ਉੱਤੇ ਮਿੱਟੀ ਪਾਤੀ। ਟੋਆ ਪੱਟ ਕੇ ਜਿਉਂਦੇ ਥੱਲੇ ਪਾ ਕੇ ਲੰਮੇ ਉੱਤੇ ਮਿੱਟੀ ਪਵਾਤੀ। ਥੱਲੇ ਕਿਸ ਤਰ੍ਹਾਂ ਸਵਾਸ ਨਿਕਲੇ ਹੋਣਗੇ, ਕਿਵੇਂ ਸਰੀਰ ਛੁੱਟਿਆ ਹੋਵੇਗਾ, ਪਰ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ। ਆਤਮ ਗਿਆਨ ਤੋਂ ਬਿਨਾਂ ਸਰੀਰ ਨਹੀਂ ਛੱਡਿਆ ਜਾਂਦਾ। ਇਹ 5 ਜਿੱਥੇ ਗੁਰੂ ਕਲਗੀਧਰ ਦੇ 4 ਪੁੱਤਰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਆਤਮ ਗਿਆਨੀ ਬ੍ਰਹਮ ਗਿਆਨੀ ਪੂਰਨ ਪੁਰਸ਼ ਸਨ। ਉੱਥੇ ਉਹਨਾਂ ਦਾ 5ਵਾਂ ਪੁੱਤਰ ਖਾਲਸਾ ਵੀ ਆਤਮ ਗਿਆਨੀ ਸੀ। ਉਹ ਇਸ ਸਰੀਰ ਤੋਂ ਪਰੇ ਸੀ। ਮਹਾਰਾਜ ਕਹਿਣ ਲੱਗੇ, ਸਾਹਿਬ ਦੇਵਾਂ ਜੀ ਇਹ ਤੁਹਾਡੀ ਗੋਦੀ ਪਾ ਦਿੱਤਾ, ਪੰਥ ਖਾਲਸਾ ਪਾਇਓ ਗੋਦ, ਤੁਹਾਡੀ ਗੋਦ ਪਾਤਾ, ਤੁਸੀਂ ਇਹਨਾਂ ਦੇ ਮਾਤਾ ਹੋ।
ਤੇ ਰਹਿੰਦੀ ਦੁਨੀਆ ਤੱਕ ਖਾਲਸਾ ਤੁਹਾਨੂੰ ਮਾਤਾ ਕਰਕੇ ਜਾਣੇਗਾ, ਤੁਹਾਡੀ ਗੋਦ ਵਿੱਚ ਖੇਡੇਗਾ। ਅੱਜ ਵੀ ਖਾਲਸਾ ਮਾਤਾ ਦੀ ਗੋਦ ਵਿੱਚ ਹੀ ਖੇਡਦਾ। ਜਦੋਂ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ 6-7 ਪੋਹ ਦੀ ਰਾਤ ਨੂੰ ਕਿਲ੍ਹਾ ਛੱਡਿਆ, ਪਰਿਵਾਰ ਵਿਛੋੜਾ ਹੋਇਆ, ਮਾਤਾ ਜੀ ਦਿੱਲੀ ਦੇ ਸਿੱਖਾਂ ਨਾਲ ਇੱਥੇ ਆਏ, ਕੁਝ ਸਮਾਂ ਇੱਥੇ ਗੁਜ਼ਾਰਿਆ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਪਤਾ ਲੱਗਾ ਸਤਿਗੁਰੂ ਜੀ ਦਮਦਮੇ ਸਾਹਿਬ ਸਾਬੋ ਕੀ ਤਲਵੰਡੀ ਬਿਰਾਜੇ ਹਨ। ਇੱਥੋਂ ਚੱਲ ਕੇ ਦਮਦਮੇ ਸਾਹਿਬ ਜਾ ਦਰਸ਼ਨ ਕੀਤੇ। ਮਾਤਾ ਜੀ ਨੇ ਜਦੋਂ ਜਾ ਕੇ ਤੱਕਿਆ, ਨਾ ਮਾਤਾ ਗੁਜਰੀ ਜੀ ਦੇ ਦਰਸ਼ਨ ਹੋਏ, ਨਾ ਸਾਹਿਬਜ਼ਾਦਿਆਂ ਦੇ ਦਰਸ਼ਨ ਹੋਏ, ਨਾ ਉਹ ਨਿਕਟਵਰਤੀ ਖਾਲਸਾ ਜਿਹੜਾ ਅਨੰਦਪੁਰ ਸਾਹਿਬ ਦਰਸ਼ਨ ਦਿੰਦਾ ਸੀ, ਭਾਈ ਆਲਮ ਸਿੰਘ ਜੈਸੇ, ਭਾਈ ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਵਰਗੇ, ਬੇਅੰਤ ਸੂਰਬੀਰ ਯੋਧੇ ਬਾਬਾ ਬਚਿੱਤਰ ਸਿੰਘ ਜੀ ਵਰਗੇ ਨਜ਼ਰ ਨਹੀਂ ਆਏ। ਤਾਂ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾ ਖੜੀਆਂ ਪਤੀ ਨੂੰ ਸੀਸ ਨਿਵਾ ਰਹੀਆਂ, ਪੁੱਛਣ ਜੋੜ ਕੇ ਹੱਥ ਹੈ ਸਾਹਿਬ ਸੱਚੇ, ਜਿੰਦਾਂ ਪਿਆਰੀਆਂ ਨਜ਼ਰ ਨਹੀਂ ਆ ਰਹੀਆਂ। ਇਹ ਸੱਚੇ ਪਾਤਸ਼ਾਹ ਉਹ ਅਨੰਦਪੁਰ ਸਾਹਿਬ ਦੇ ਜਿਹੜੇ ਨਜ਼ਾਰੇ ਸਨ ਇੱਥੇ ਦਿਸਦੇ ਨਹੀਂ। ਮਾਤਾ ਜੀ ਨਹੀਂ ਦਿਸਦੇ, ਪਿਆਰੇ ਸਾਹਿਬਜ਼ਾਦੇ ਨਹੀਂ ਦਿਸਦੇ, ਪਿਆਰੇ ਸਿੰਘ ਨਹੀਂ ਦਿਸਦੇ, ਉਹ ਅਨੰਦਪੁਰ ਸਾਹਿਬ ਦਾ ਆਨੰਦ ਨਹੀਂ ਦਿਸਦਾ। ਕਲਗੀਧਰ ਪਾਤਸ਼ਾਹ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਦੇ ਬਚਨ ਸੁਣ ਕੇ ਸਿੰਘਾਂ ਵੱਲ ਕਰ ਹੱਥ ਦਸ਼ਮੇਸ਼ ਬੋਲੇ, ਤਰੋ ਧੀਰ ਕਿਉਂ ਹੌਸਲੇ ਢਾ ਲਏ ਨੇ, ਉਹਨਾਂ ਚਵਾਂ ਦੇ ਬਦਲੇ ਅੱਜ ਦੇਖੋ ਏ ਮੈਂ ਲੱਖਾਂ ਹੀ ਪੁੱਤਰ ਬਣਾ ਲਏ ਨੇ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਧੰਨ ਮਾਤਾ ਸਾਹਿਬ ਦੇਵਾਂ ਜੀ, ਮਾਤਾ ਸੁੰਦਰੀ ਜੀ ਉਸ ਭਾਣੇ ਨੂੰ ਮੰਨ ਗਏ, ਉਸ ਰਜਾ ਵਿੱਚ ਰਾਜੀ ਰਹਿ ਕੇ ਹਜ਼ੂਰ ਕਲਗੀਧਰ ਪਾਤਸ਼ਾਹ ਦੇ ਹੁਕਮ ਵਿੱਚ ਸੇਵਾ ਵਿੱਚ ਰਹਿ ਕੇ ਸਮਾਂ ਗੁਜ਼ਾਰਿਆ। ਮਾਤਾ ਸਾਹਿਬ ਦੇਵਾਂ ਜੀ ਨੂੰ ਕਈ ਵਾਰੀ ਦਿੱਕਤਾਂ ਦੇ ਸਾਹਮਣੇ ਵੀ ਕਰਨੇ ਪਏ। ਜਦੋਂ ਭਾਈਕਿਆਂ ਦੇ ਪਰਿਵਾਰ ਨੇ ਪ੍ਰਸ਼ਾਦਾ ਨਹੀਂ ਸੀ ਸਕਿਆ, ਗੁਰੂ ਪ੍ਰਤਾਪ ਸੂਤ ਵਿੱਚ ਬਚਨ ਆਉਂਦਾ, ਪ੍ਰਸ਼ਾਦਾ ਕਲਗੀਧਰ ਪਾਤਸ਼ਾਹ ਦੇ ਥਾਲ ਵਿੱਚੋਂ ਲੈ ਕੇ ਭਾਈਕਿਆਂ ਨੇ ਛਕ ਲਿਆ। ਮਾਤਾ ਸੁੰਦਰੀ ਜੀ ਦਾ ਥਾਲ, ਮਾਤਾ ਸਾਹਿਬ ਦੇਵਾਂ ਜੀ ਦਾ ਥਾਲ, ਉਹ ਵੀ ਸੀਤ ਪ੍ਰਸ਼ਾਦ ਛਕਦੀਆਂ ਸੀ ਮਾਈਆਂ ਭਾਈਕਿਆਂ ਦੀਆਂ। ਇਹ ਬਠਿੰਡੇ ਇਲਾਕੇ ਵਿੱਚ ਵਾਕਿਆ ਹੋਇਆ। ਮਾਤਾ ਸਾਹਿਬ ਦੇਵਾਂ ਜੀ ਦਾ ਪ੍ਰਸ਼ਾਦਾ ਪਰੇ ਕਰ ਦਿੱਤਾ, ਮਾਤਾ ਸੁੰਦਰੀ ਜੀ ਦਾ ਛਕ ਲਿਆ। ਜਦੋਂ ਵਿਚਾਰ ਚੱਲੀ ਤੇ ਇਤਰਾਜ਼ ਕੀਤਾ ਉਹਨਾਂ ਨੇ ਕਿ ਮਾਤਾ ਸਾਹਿਬ ਦੇਵਾਂ ਜੀ ਦਾ ਗੋਤ ਕੁਨਾਲਾ ਨਹੀਂ ਹੋਇਆ। ਇਤਿਹਾਸ ਚ ਆਉਂਦਾ ਗੁਰੂ ਪ੍ਰਤਾਪ ਸਿੰਘ ਮਾਤਾ ਜੀ ਦਾ ਗੋਤ ਕਨਾਲਾ ਦਾ ਨਹੀਂ ਹੋਇਆ। ਗੋਤ ਕਨਾਲਾ ਕਹਿੰਦੇ ਨੇ ਵੀ ਪਰਿਵਾਰ ਜਿਹੜੀ ਪਤੀ ਪਤਨੀ ਦੀ ਸਾਂਝ ਹੁੰਦੀ ਹੈ, ਜਿਹੜਾ ਗ੍ਰਸਤ ਦਾ ਵਿਹਾਰ ਹੁੰਦਾ। ਮਾਤਾ ਜੀ ਕੁਆਰੇ ਡੋਲਾ ਹੈ ਗੁਰੂ ਘਰ ਦੇ ਵਿੱਚ। ਸਤਿਗੁਰਾਂ ਨੂੰ ਪਤਾ ਲੱਗਾ, ਕਹਿਣ ਲੱਗੇ ਇਹਨਾਂ ਦਾ ਸਾਡਾ ਸੁਰਤ ਦਾ ਗੋਤ ਕਨਾਲਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਨਾਂ ਦਾ ਸੁਰਤ ਦਾ ਹੈ ਔਰ ਅਨਾਦਿ ਕਾਲ ਤੋਂ ਅਨੰਤ ਕਾਲ ਤੱਕ ਹੈ। ਇਹਨੂੰ ਤੁਸੀਂ ਸਮੇਂ ਦੇ ਵੰਡ ਵਿੱਚ ਨਹੀਂ ਵੇਖ ਸਕਦੇ, ਸੰਸਾਰੀ ਬਿਰਤੀ ਵਾਲੇ ਨਹੀਂ ਸਮਝ ਸਕਦੇ। ਫਿਰ ਉਹਨਾਂ ਨੇ ਮਾਫੀ ਮੰਗੀ, ਮਾਤਾ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ। ਇਤਿਹਾਸ ਬਹੁਤ ਲੰਮਾ ਚੌੜਾ ਹੈ। ਉੱਥੋਂ ਚੱਲ ਕੇ ਹਜ਼ੂਰ ਨੇ ਜਦੋਂ ਹਜ਼ੂਰ ਸਾਹਿਬ ਵੱਲ ਜਾਣਾ ਸੀ, ਮਾਤਾਵਾਂ ਨਾਲ ਪੁਸ਼ਕਰ ਤੱਕ ਗਏ। ਉੱਥੇ ਪਤਾ ਲੱਗਾ ਵੀ ਔਰੰਗਜ਼ੇਬ ਮਰ ਗਿਆ ਹੈ, ਚੜ੍ਹਾਈ ਕਰ ਗਿਆ ਹੈ। ਉੱਥੋਂ ਵਾਪਸ ਪਰਤੇ, ਕਾਫੀ ਲੰਮਾ ਰਾਜਸਥਾਨ ਦਾ ਇਲਾਕਾ ਤਾਰ ਕੇ ਆਗਰੇ ਤੋਂ ਬਾਦਸ਼ਾਹ ਬਹਾਦਰ ਸ਼ਾਹ ਨੂੰ ਬਾਦਸ਼ਾਹੀ ਦਵਾ ਕੇ ਫਿਰ ਦਿੱਲੀ ਆਏ ਸੀ।
महाराज इधरों सारा राजस्थान घूम के करी फिर इधर आए, फिर हजूर साहब नूं गए। कई समझते भी इक्को बारी चले गए, नहीं पहला इहनूं गए महाराज। इत्थों झंडे साहब गए, दमदमे साहब तो, झंडे साहब तो फिर नौर गए। नौर गुरु की मोर सिंह आवेंगे तब लुटेंगे, उत्थे बचन कीता। नौर शहर राजस्थान दे विच शुरू च ही आउंदा। उत्थे सुनियारियां दा बहुत वड्डा बाजार, जैन धर्म नूं मनदे। कलगीधर पातशाह सिंघां समेत महला चढ़िया घोड़े ते। एक सिंह दे पैर थल्ले जां घोड़े दे पैर थल्ले कबूतर आके मर गया। सारे जैनी रौला पाउण लग पए, तुसीं जीव हत्या करती, कबूतर मारता। सतगुरु कहंदे भाई परमेश्वर दा हुक्म आया, मर गया सी, कोई जाण के मारिया। कहंदे फिर सारे मार, वो परमेश्वर नूं मनदे नहीं ना। हमारे गुरु ग्रंथ साहिब विच राग माज दी वार विच सतगुਰਾਂ ने लिखिया भी दई बगुत्ते परमेश्वर वल्लों फटकारे बगुत्ते भी मनदे ही नहीं, है ही नहीं। अकाल पुरख परमेश्वर है ही नहीं कहते। वो परमेश्वर का नाम सुन के होर चिड़ गए, कहते फिर परमेश्वर ने मारिया तो सारे मार दिओ। महाराज कहते मर जाओ भाई। सारे कबूतर तौना सट गए, उत्थे मर गए सारे। फिर उन्होंने समझ आई भी ये तो कोई सिद्ध पुरुष ने, असीं तो इन्होंने राजे समझते हैं भी कलगियां तोड़े लाए राजे ने, पर यह तो ब्रह्म ज्ञानी कोई महापुरुष ने चरण फड़ ले। मारे माफ कर दो, इन्हों जवा दो। मारे कहते जी पो भाई। सारे कबूतर दाने चुगन लग पे। वो जिहड़ा पैर थले आके मरिया सी ना, वो उदां ही वो नहीं जिया। कहते महाराज इनू क्यों नहीं जवाया? महाराज कहते परमेश्वर ने मारिया सी, ਜਿਹੜੇ ਅਸੀਂ ਮਾਰੇ ਸੀ ਜਵਾ ਤੇ। परमेश्वर दे तुहानूं कहा सी तां परमेश्वर दे हुक्म दी खेड है, असीं उहदे च हुक्म दखल नहीं देना। ये उहदे हुक्म नाल मरिया, ये मारे भावें रखे, जिहड़ा असीं साडा पहरा सी असीं कर लिया। फिर महाराज इत्तां बाजार च जांदे, घोड़े चढ़े इधर भी सोने दीयां दुकानां सुनियारियां दीयां, इधर मोहरां पईयां, गहणे पए, सोना ही सोना। ते मौज विच आए कलगीधर पातशाह वचन करी जाते, नौर गुरु की मोर सिंह आवेंगे तब लूटेंगे, नौर गुरु की मोर सिंह आवेंगे तब लूटेंगे। कहते सिंह कहते महाराज हुणे कर लीए पहरा। महाराज कहते नहीं, सिंह आवेंगे तब लूटेंगे। वो वचन उदों पूरा होया जदों मस्से रंगड़ ने दरबार साहब से कब्जे कर ले। ਸਿੰਘਾਂ ਨੂੰ ਇਹ ਪੰਜਾਬ ਛੱਡਣਾ ਪਿਆ। बीकानेर, नौर, वो दूर दूर तक खालसा और राजस्थान, जयपुर, जोधपुर तक गया। कड़ाके फाके सन, मस्ताने पहरे माया दे। फिर नौर खालसे दे काम आया। वो वचन पूरा होया, मारे सिंह आवेंगे तब लूटेंगे। वो वचन पूरा होया। बेअंत धरती राजस्थान की तारी है। कभी उधर हुण पिछले साल असी फौजां गईयां, उधर दर्शन करके आए हैं। जब कई स्थान तो जी प्रगट ही नहीं होए अजे। हौले हौले महाराज आप किरपा कर रहे ने। जिथे शहीद सिंह बोलते हैं, वो फिर लोगों को जगह देनी पैंदी है, फिर बना लेंदे गुरुद्वारे। तो बहुत स्थान अजे बनने वाले ने। नरैणे महाराज सच्चे पातशाह जैत राम नूं दर्शन दिते। जैत राम कहता महाराज लंगर छको। महाराज कहते संत जी तुहाडा ही लंगर छकते हैं, तुहाडा प्रवान है। कहते नहीं महाराज, ਸਾਡੇ ਕੋਲੋਂ ਆਏ ਹੋ ਤੇ ਸੇਵਾ। ਉਹ ਬ੍ਰਹਮ ਗਿਆਨੀ ਮਹਾਤਮਾ ਹੋਏ ਨੇ ਦਾਦੂ ਦੀਨ ਦਿਆਲ ਜੀ, ਬਹੁਤ ਉੱਚੀ ਅਵਸਥਾ ਦੇ ਬ੍ਰਹਮ ਗਿਆਨੀ ਸਾਧੂ ਹੋਏ ਨੇ। ਉਹਨਾਂ ਦਾ ਉੱਥੇ ਜਿਵੇਂ ਆਪਣੇ ਕੋਈ ਮੂਰਤੀ ਨਹੀਂ ਆਪਾਂ ਰੱਖਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਪਾਂ ਪ੍ਰਕਾਸ਼ ਕਰਦੇ ਹਾਂ। ਦਾਦੂ ਪੰਥੀਆਂ ਵਿੱਚ ਵੀ ਦਾਦੂ ਦੀਨ ਦਿਆਲ ਜੀ ਦੇ ਗ੍ਰੰਥ ਦਾ ਹੀ ਪ੍ਰਕਾਸ਼ ਹੁੰਦਾ, ਕੋਈ ਮੂਰਤੀ ਨਹੀਂ ਮੰਨਦੇ। ਉਹਨਾਂ ਦਾ ਵੀ ਇਹੀ ਇਸੇ ਤਰ੍ਹਾਂ ਹੀ ਉਹਨਾਂ ਦੀ ਬਾਣੀ ਹੈ। ਪੰਜਵੀਂ ਪੀੜ੍ਹੀ ਜੈਤ ਰਾਮ ਜੀ ਮਹਾਂਪੁਰਸ਼ ਹੋਏ ਨੇ। ਉਹ ਸਤਿਗੁਰੂ ਕਲਗੀਧਰ ਜੀ ਨੂੰ ਕਹਿੰਦੇ ਮਹਾਰਾਜ ਸਾਡੇ ਕੋਲ ਲੰਗਰ ਛਕੋ। 3 ਵਾਰੀ ਉਹਨੇ ਬੇਨਤੀ ਕੀਤੀ। ਮਹਾਰਾਜ ਕਹਿੰਦੇ ਸੰਤ ਜੀ ਗੱਲ ਇਹ ਹੈ ਵੀ ਅਸੀਂ ਲੰਗਰ ਤੁਹਾਡਾ ਛਕ ਨਹੀਂ ਸਕਦੇ। ਕਹਿੰਦਾ ਮਹਾਰਾਜ ਇਹੋ ਜਿਹੀ ਕਿਹੜੀ ਗੱਲ ਹੋ ਗਈ? ਸਤਿਗੁਰੂ ਕਹਿੰਦੇ ਗੱਲ ਦੱਸੀਏ ਤਾਂ ਤੁਹਾਨੂੰ ਹੋਰ ਤਰ੍ਹਾਂ ਲੱਗੇਗੀ। ਕਹਿੰਦਾ ਦੱਸ ਤਾਂ ਦਿਓ। ਮਹਾਰਾਜ ਕਹਿੰਦੇ ਸੰਗ ਹਮਾਰੇ ਮਾਸਾਹਾਰੀ, ਰੀਤ ਇਹਨੋਂ ਕੀ ਅਪਰਪਾਰੀ। ਇਹ ਸ਼ਿਕਾਰ ਖੇਡ ਕੇ ਛਕਣ ਵਾਲੇ ਸੂਰਮੇ ਹੈ ਇਹ। ਤੇ ਸੰਤ ਜੀ ਤੁਸੀਂ ਛਕਾਣਾ ਕੋਈ ਨਹੀਂ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਮੂੰਗੀ ਦੀ ਦਾਲ ਹੀ ਛਕ ਲਓ। ਸਤਿਗੁਰੂ ਕਹਿੰਦੇ ਚੰਗਾ ਫਿਰ
संत जी कर लो तैयारी। उन्होंने बड़ा सोहना प्यार नाल लंगर सजाया, वधिया पकवान, दालां सब्जियां, खीर, कड़ाह, पूड़ियां। पंगत लग गई, पातशाह बैठे कलगीधर जी ते थाल अगे पिया वेखी जांदे। वो महाराज पक्खा झली जांदा, महाराज छको, फिर इदां महाराज छको। महाराज कहंदे भी संत जी छकने आ, पर करिए कि पहलां बाज नूं छकाने आ फिर छकने आ। अज विचारे बाज भुखे बैठे साडे। कहंदा महाराज मेरे कोल इन्नी साध कोल समर्था नहीं भी मैं तुहाडे बाजां नूं रजा सकां। महाराज कहंदे नहीं संत जी तुहाडे कोल है समर्था, आ लो बाजरा ते जाके बेनती करो भी अज ही छक लो। संत बाबा जैत राम जी बाजरा लैके गए, बाजां दे अगे कलगीधर पातशाह दे बाज हो तुसीं मेरे घर आए हो, मैं साध हाँ, मैं तुहाडी सेवा नहीं कर सकदा, अज यही प्रवान कर लो। सीयां चरगां कुइयां बाजां कुइयां इन्हां खवाले घाह, घाह खाण तिन्हां मास खवाले, ये जलाए राह नदियां विच टिब्बे ते खाले, थली करे असगा कीड़ा थाप दे बादशाही लश्कर करे सवा। ऐसा चोज कीता। अज भी उत्थे जदों तुसीं जाओगे, हुण जिहड़े महापुरुष ने 20ਵੀਂ ਥਾਂ ते ने जी, ਜਿਹੜੇ ਬਾਬਾ ਦਾਦੂ ਦੀਨ ਦਿਆਲ जी ਦੀ ਮੰਨਤੀ ਚਲੀ ਆਉਂਦੀ, ਗੱਦੀ ਚਲੀ ਆਉਂਦੀ, ਹੁਣ 20ਵੀਂ ਥਾਂ ਉਹ ਵੀ ਇਹ ਸਾਖੀ ਇੱਦਾਂ ਹੀ ਸੁਣਾਉਂਦੇ ਨੇ ਵੀ ਇੱਥੇ ਸਤਿਗੁਰੂ ਸਾਡੇ ਕੋਲ ਆਏ ਸੀ, ਇਹ ਕੌਤਕ ਇੱਥੇ ਵਰਤਿਆ ਸੀ। ਮਹਾਰਾਜ ਬੇਅੰਤ ਸੰਗਤਾਂ ਨੂੰ ਤਾਰਦੇ ਹੋਏ ਜਦੋਂ ਮਾਤਾ ਜੀ ਸਮੇਤ ਇੱਥੇ ਦਿੱਲੀ 'ਚ ਆ ਗਏ, ਇੱਥੇ ਵੀ ਬੜੇ ਕੌਤਕ ਹੋਏ। ਉਹਦਾ ਤੁਸੀਂ ਜਾਣਦੇ ਹੀ ਹੋ ਵੀ ਮਹਾਰਾਜ ਨੇ ਝੋਟਿਆਂ ਕੋਲੋਂ ਹਾਥੀ ਦੇ ਮੁਕਾਬਲੇ ਕਰਵਾਏ, ਤੀਰ ਮਾਰਿਆ, ਹੋਰ ਬੇਅੰਤ ਕੌਤਕ ਇੱਥੇ ਕੀਤੇ। ਫਿਰ ਮਹਾਰਾਜ ਦੱਖਣ ਨੂੰ ਚਾਲਾ ਪਾਇਆ ਨਾ, ਜਦੋਂ ਮਾਤਾ ਸੁੰਦਰੀ ਜੀ ਨੂੰ ਇੱਥੇ ਹੀ ਪਹਿਰਾ ਲਾਇਆ ਵੀ ਦਿੱਲੀ ਦੀਆਂ ਸੰਗਤਾਂ ਖਜ਼ਾਨਾ ਜਿਹੜਾ ਹੈ ਉਹ ਪਟਨੇ ਸਾਹਿਬ ਰਹੇਗਾ। ਬਹੁਤ ਚੀਜ਼ਾਂ ਐਸੀਆਂ ਨੇ ਜਿਹੜੀਆਂ ਇਤਿਹਾਸ ਵਿੱਚ ਪ੍ਰਚਾਰੀਆਂ ਪ੍ਰਸਾਰੀਆਂ ਨਹੀਂ ਜਾਂਦੀਆਂ ਪਰ ਮਿਲ ਜਾਂਦੀਆਂ ਨੇ। ਜਿਹੜਾ ਸਭ ਤੋਂ ਵੱਡਾ ਖਜ਼ਾਨਾ ਸੀ ਮਾਇਆ ਦਾ, ਉਹ ਪਟਨੇ ਸਾਹਿਬ ਕਿਉਂ ਰੱਖਿਆ ਵੀ ਉਹ ਜਿਹੜਾ ਇਲਾਕਾ ਸੇਵ ਸੀਗਾ। ਮਾਇਆ ਦਾ ਖਜ਼ਾਨਾ ਗੁਰੂ ਪੰਥ ਦੇ ਵੱਡੇ ਵੱਡੇ ਕਾਰਜ ਹੋਣੇ ਉੱਥੋਂ ਮੰਗਾ ਲਿਆ ਕਰੋ, ਖਜ਼ਾਨਾ ਉੱਥੇ ਰਹੇਗਾ। ਮਾਤਾ ਜੀ ਇੱਥੋਂ ਹੁਕਮ ਚਲਾਉਣਗੇ ਪੰਥ ਦੇ ਉੱਤੇ। ਮਾਤਾ ਸੁੰਦਰੀ ਜੀ ਉਹ ਭਗਤੀ ਵਿੱਚ ਵੀ ਪੂਰੇ ਸਨ, ਸ਼ਕਤੀ ਵਿੱਚ ਵੀ ਪੂਰੇ ਸਨ। ਮਾਤਾ ਸਾਹਿਬ ਦੇਵਾਂ ਜੀ ਦੀ ਬਿਰਤੀ ਕੇਵਲ ਭਗਤੀ ਵਿੱਚ ਸੀ, ਬਾਹਰ ਵਿਹਾਰਾ ਜਿਹੜਾ ਸੀ ਨਾ ਉਹ 'ਤੇ ਧਿਆਨ ਘੱਟ ਦਿੰਦੇ ਸਨ। ਪੰਥ ਦੇ ਜਿਹੜੇ ਕਾਰ ਉਹ ਮਾਤਾ ਜੀ, ਮਾਤਾ ਸੁੰਦਰੀ ਜੀ ਨੂੰ ਉਹ ਹੁਕਮਨਾਮੇ ਜਾਰੀ ਕਰਨੇ, ਭਾਈ ਮਨੀ ਸਿੰਘ ਦੀ ਡਿਊਟੀ ਲਾਣੀ, ਦਸਮ ਪਾਤਸ਼ਾਹ ਦੀ ਬਾਣੀ ਇਕੱਠੀ ਕਰਵਾਉਣੀ, ਇਹ ਸਾਰੇ ਕਾਰਜ ਵੱਡੇ ਮਾਤਾ ਜੀ ਕਰਦੇ ਸਨ। ਖਜ਼ਾਨਾ ਕਿੱਥੇ ਵਰਤਣਾ ਹੈ, ਮਾਇਆ ਕਿੱਥੇ ਦੇਣੀ ਹੈ, ਮਾਤਾ ਸੁੰਦਰੀ ਜੀ ਕਰਦੇ ਸਨ। ਮਾਤਾ ਸਾਹਿਬ ਦੇਵਾਂ ਜੀ ਆ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਰਹਿੰਦੇ। ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮੇਰਾ ਪਰਣ ਹੈ ਕਿ ਪ੍ਰਸ਼ਾਦਾ ਮੈਂ ਉਦੋਂ ਛਕਦੀ ਹਾਂ ਜਦੋਂ ਆਪ ਜੀ ਦੇ ਦਰਸ਼ਨ ਕਰ ਲਵਾਂ, ਇਸ ਕਰਕੇ ਮੈਨੂੰ ਨਾਲ ਲੈ ਚੱਲੋ। ਉਹਨਾਂ ਦੇ ਅੰਦਰ ਦੀ ਪ੍ਰੇਮਾ ਭਗਤੀ ਜਾਣ ਕੇ ਸਤਿਗੁਰੂ ਜੀ ਉਹਨਾਂ ਨੂੰ ਨਾਲ ਲੈ ਕੇ ਦੱਖਣ ਦਿਸ਼ਾ ਵੱਲ ਹਜ਼ੂਰ ਸਾਹਿਬ ਵੱਲ ਚਾਲੇ ਪਾਏ। ਬਹੁਤ ਲੰਮੇ ਸਫ਼ਰ ਕਰਕੇ ਹਜ਼ੂਰ ਸਾਹਿਬ ਪਹੁੰਚੇ, ਜਿਹੜਾ ਮਾਤਾ ਜੀ ਦਾ ਪੁਰਾਤਨ ਸਤਜੁਗੀ ਤਪ ਸਥਾਨ ਹੈ। ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਆਤਮ ਮੰਡਲ ਵਿੱਚ ਸਰੀਰਾਂ ਦੇ ਬੰਧਨ ਕੋਈ ਨਹੀਂ, ਟਾਈਮ ਦੇ ਬੰਧਨ ਕੋਈ ਨਹੀਂ, ਅਨਾਦਿ ਤੇ ਅਨੰਤ ਖੇਡ ਹੈ। ਮਹਾਰਾਜ ਸੱਚੇ ਪਾਤਸ਼ਾਹ ਵੀ ਉੱਥੇ ਤਪ ਕੀਤਾ ਹਜ਼ੂਰ ਸਾਹਿਬ ਪੁਰਾਤਨ, ਜਿਹੜਾ ਮਹਾਰਾਜ ਦਾ ਅੱਜ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਹੈ, ਇਹ ਤਪ ਸਥਾਨ ਸੀ ਪੁਰਾਤਨ। ਨਗੀਨੇ ਘਾਟ ਤੋਂ ਤੀਰ ਮਾਰ ਕੇ ਮਹਾਰਾਜ ਨੇ ਪ੍ਰਗਟ ਕੀਤਾ। ਉੱਥੇ ਮਦਰਸਾ ਬਣਾ ਲਿਆ ਸੀ ਮੁਸਲਮਾਨਾਂ ਨੇ, ਮਕਬਰਾ ਜਿਹਾ, ਉੱਥੇ ਉਹ ਰਹਿੰਦੇ ਸਨ। ਉਹਦੇ ਵਿੱਚ ਤੀਰ ਵੱਜਾ ਤੇ ਜਾ ਕੇ ਕਹਿਣ ਲੱਗੇ ਵੀ ਸਾਡੀ ਜਗ੍ਹਾ ਭਾਈ। ਉਹ ਕਹਿੰਦੇ ਨਾਲੇ ਤੀਰ ਮਾਰਿਆ, ਨਾਲੇ ਬੰਦਾ ਮਾਰ ਦੇਣਾ ਸੀ ਕੋਈ, ਤੇ ਨਾਲੇ ਕਹਿੰਦੇ ਜਗ੍ਹਾ ਤੁਹਾਡੀ ਕਿਵੇਂ ਹੋ ਗਈ, ਸਾਡਾ ਮਕਬਰਾ ਬਣਿਆ ਹੋਇਆ। ਸਤਿਗੁਰੂ ਕਹਿੰਦੇ ਤੁਹਾਡਾ ਕਦੋਂ ਦਾ ਬਣਿਆ? ਕਹਿੰਦੇ ਜੀ 200 ਸਾਲ ਹੋ ਗਏ। ਮਹਾਰਾਜ ਕਹਿੰਦੇ ਸਾਡੇ 4 ਯੁੱਗ ਹੋ ਗਏ। ਉਹਨਾਂ ਨੂੰ ਕਿੱਥੇ ਮੰਨਣ 'ਚ ਆਵੇ ਗੱਲ। ਉਹ ਮਸਲਾ ਬਾਦਸ਼ਾਹ ਕੋਲ ਚਲਾ ਗਿਆ। ਬਾਦਸ਼ਾਹ ਕਹਿੰਦਾ ਵੀ ਗੁਰੂ ਸਾਹਿਬ ਗਲਤ ਗੱਲ ਨਹੀਂ ਕਹਿੰਦੇ, ਜੋ ਵੀ ਕਹਿੰਦੇ ਯਥਾਰਥ ਕਹਿੰਦੇ ਆ, ਪਰ ਮਹਾਰਾਜ ਫਿਰ ਵੀ ਇਹਨਾਂ ਨੂੰ ਕੋਈ ਪ੍ਰਮਾਣ ਦਿਓਗੇ ਤਾਂ ਇਹ ਖੇਡਾ ਛੱਡਣਗੇ। ਮਹਾਰਾਜ ਕਹਿੰਦੇ ਪ੍ਰਗਟ ਕਰੋ। ਥੱਲਿਓਂ ਜਗ੍ਹਾ ਪੁੱਟੀ, ਜ਼ਮੀਨ ਵਿੱਚੋਂ ਸਤਿਗੁਰਾਂ ਦਾ ਧੂਣਾ, ਸਰਬਲੋਹ ਦਾ ਬਾਟਾ, ਗੜਵਾ,
ਉਹ ਜਿਹੜਾ ਆਸਣ ਬੈਰਾਗਣ ਆਦਿਕ ਉੱਥੋਂ ਪ੍ਰਗਟ ਹੋਏ, ਇਹ ਮਹਾਰਾਜ ਦਾ ਤਪ ਸਥਾਨ ਪ੍ਰਗਟ ਹੋਇਆ। ਮਾਤਾ ਜੀ ਦਾ ਤਪ ਸਥਾਨ ਉਹ ਗੋਦਾਵਰੀ ਦੇ ਕੰਢੇ ਸਤਜੁਗੀ, ਉੱਥੇ ਮਾਤਾ ਜੀ ਦਾ ਆਸਣ ਲਵਾ ਦਿੱਤਾ। ਜਿਹੜਾ ਹੀਰਾ ਘਾਟ ਗੁਰਦੁਆਰਾ ਹੈ, ਇੱਥੇ ਕਲਗੀਧਰ ਪਾਤਸ਼ਾਹ ਦਾ ਆਸਣ ਸੀਗਾ। ਇਹਦੇ ਨਾਲ ਹੀ ਬਾਹਮਣਵਾੜਾ ਪਿੰਡ, ਬਾਹਮਣ ਮਾਰਾ ਕਰਕੇ ਬੋਲਦੇ ਸੀ, ਕਹਿੰਦੇ ਆ ਵੀ ਜਨਮੇਜੇ ਰਾਜੇ ਨੇ ਉੱਥੇ ਗੋਦਾਵਰੀ ਦੇ ਕੰਢੇ ਜਗ ਕਰਵਾਇਆ ਤੇ 18 ਜਾਤੀਆਂ ਦੇ ਬ੍ਰਾਹਮਣ ਮਾਰ ਦਿੱਤੇ ਸਨ। ਉਹ ਉੱਥੋਂ ਦਾ ਇਤਿਹਾਸ ਉੱਥੋਂ ਦੇ ਪੰਡਿਤ ਬ੍ਰਾਹਮਣ ਦੱਸਦੇ ਹਨ। ਕਹਿੰਦੇ ਉਦੋਂ ਦੇ ਅਸੀਂ ਇੱਥੇ ਵਸੇ ਹਾਂ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ। ਉੱਥੇ ਹੀਰਾ ਘਾਟ ਸਾਹਿਬ ਕਲਗੀਧਰ ਬੈਠੇ ਭਾਈ ਦਇਆ ਸਿੰਘ ਜੀ ਕਹਿੰਦੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਪ ਜੀ ਨੇ ਦਮਦਮੇ ਸਾਹਿਬ ਸੁਣਾਤੀ ਸੀ, ਸਾਨੂੰ ਦਸਮ ਪਾਤਸ਼ਾਹ ਦੀ ਬਾਣੀ, ਆਪਣੀ ਬਾਣੀ ਦੀ ਕਥਾ ਵੀ ਸੁਣਾ ਦਿਓ। ਹੀਰਾ ਘਾਟ ਸਤਿਗੁਰੂ ਕਲਗੀਧਰ ਗੋਦਾਵਰੀ ਦੇ ਕੰਢੇ ਤੇ ਦਸਮ ਦੀ ਬਾਣੀ ਦੀ ਕਥਾ ਸੁਣਾਈ, ਸਾਰੇ ਸਿੰਘਾਂ ਨੂੰ ਅਰਥ ਪੜ੍ਹਾਏ। ਤੇ ਮਾਤਾ ਜੀ ਉੱਥੇ ਪਹਿਲਾਂ ਆਪਣੇ ਸਥਾਨ ਤੇ ਰਹਿੰਦੇ, ਬੜੀ ਸ਼ਰਧਾ ਨਾਲ ਪ੍ਰਸ਼ਾਦਾ ਤਿਆਰ ਕਰਕੇ ਰੱਖਦੇ। ਸਤਿਗੁਰੂ ਕਲਗੀਧਰ ਪਾਤਸ਼ਾਹ ਇੱਥੋਂ ਜਾ ਕੇ ਉੱਥੇ ਮਾਤਾ ਜੀ ਕੋਲੋਂ ਪ੍ਰਸ਼ਾਦਾ ਛਕਦੇ। ਪ੍ਰਸ਼ਾਦਾ ਛਕ ਕੇ ਕੁਝ ਸਮਾਂ ਮਾਤਾ ਜੀ ਕੋਲ ਬੈਠ ਕੇ ਆਤਮ ਵਿਚਾਰ, ਬ੍ਰਹਮ ਵਿਚਾਰ ਕਰਕੇ ਫਿਰ ਆਪਣੇ ਸਥਾਨ ਤੇ ਆ ਬਿਰਾਜਦੇ। ਕੁਝ ਦਿਨਾਂ ਬਾਅਦ ਸਤਿਗੁਰੂ ਜੀ ਨੇ ਆਉਣ ਵਾਲੇ ਭਵਿੱਖ ਦੀ ਸਾਰੀ ਵਾਰਤਾ ਨੂੰ ਜਾਣ ਲਿਆ ਅਤੇ ਮਾਤਾ ਜੀ ਨੂੰ ਹੁਕਮ ਲਾਇਆ ਵੀ ਤੁਸੀਂ ਮਾਤਾ ਸੁੰਦਰੀ ਜੀ ਕੋਲ ਦਿੱਲੀ ਚਲੇ ਜਾਓ। ਕਹਿਣ ਲੱਗੇ ਸੱਚੇ ਪਾਤਸ਼ਾਹ, ਮੈਂ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਮੈਂ ਪ੍ਰਸ਼ਾਦਾ ਆਪ ਦੇ ਦਰਸ਼ਨ ਕਰਕੇ ਹੀ ਛਕਦੀ ਹਾਂ, ਬਿਨਾਂ ਦਰਸ਼ਨ ਕੀਤਿਆਂ ਮੈਂ ਪ੍ਰਸ਼ਾਦਾ ਨਹੀਂ ਛਕਦੀ, ਇਹ ਮੇਰਾ ਪਰਣ ਹੈ। ਜਦੋਂ ਦਿੱਲੀ ਚਲੀ ਜਾਵਾਂਗੀ ਆਪ ਦੇ ਦਰਸ਼ਨ ਕਿਵੇਂ ਹੋਣਗੇ? ਹਜ਼ੂਰ ਕਲਗੀਧਰ ਜੀ ਕਹਿਣ ਲੱਗੇ, ਆ ਸਾਡੇ ਗੁਰਦੇਵ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਕਮਰ ਕਸੇ ਦੇ ਸ਼ਸਤਰ ਹਨ, ਇਹਨਾਂ ਦੀ ਸੇਵਾ ਕਰਿਆ ਜੇ, ਧੂਪ ਬੱਤੀ ਕਰਿਆ ਜੇ, ਦੀਵਾ ਕਰਿਆ ਜੇ, ਇਹਨਾਂ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਿਆ ਜੇ, ਸਾਡੇ ਦਰਸ਼ਨ ਹੋਣਗੇ। ਸੋ ਸਾਧ ਸੰਗਤ ਜੀ, ਮਾਤਾ ਜੀ ਉੱਥੋਂ ਸ਼ਸਤਰ ਲੈ ਕੇ ਇੱਥੇ ਆਏ, ਮਾਤਾ ਸੁੰਦਰੀ ਜੀ ਦੇ ਪਾਸ ਹੀ ਨਿਵਾਸ ਕੀਤਾ। ਜਿੰਨਾ ਚਿਰ ਮਾਤਾ ਸਾਹਿਬ ਦੇਵਾਂ ਜੀ ਦਾ ਸਰੀਰ ਰਿਹਾ, ਸ਼ਸਤਰਾਂ ਦੀ ਸੇਵਾ ਉਹ ਕਰਦੇ ਰਹੇ। ਫਿਰ ਬਾਅਦ ਵਿੱਚ ਮਾਤਾ ਸੁੰਦਰੀ ਜੀ ਨੂੰ ਸੰਭਾਲ ਕੇ ਆਪ ਸੱਚਖੰਡ ਪਿਆਨਾ ਕਰ ਗਏ ਸਨ। ਇਸ ਪਾਵਨ ਸਥਾਨ ਤੇ ਇਹ ਜਿੱਥੇ ਸਤਿਗੁਰੂ 8ਵੇਂ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ਼ ਦਾ ਅੰਗੀਠਾ ਸਾਹਿਬ ਸੀ, ਇੱਥੇ ਲਿਆ ਕੇ ਮਾਤਾ ਜੀ ਦੇ ਪਵਿੱਤਰ ਸਰੀਰ ਦਾ ਸੰਗਤਾਂ ਨੇ, ਦਿੱਲੀ ਦੀਆਂ ਸੰਗਤਾਂ ਨੇ ਸੰਸਕਾਰ ਕੀਤਾ ਹੈ। ਸੋ ਇਹ ਅਸਥਾਨ ਤੇ ਆਪਾਂ ਅੱਜ ਦਰਸ਼ਨ ਕਰ ਰਹੇ ਹਾਂ। ਮਾਤਾ ਜੀ ਦਾ ਇਤਿਹਾਸ ਸਾਨੂੰ ਬਹੁਤਾ ਨਹੀਂ ਮਿਲਦਾ। ਪੁਰਾਤਨ ਸਮੇਂ ਤੋਂ ਜੋ ਮਹਾਂਪੁਰਸ਼ਾਂ ਤੋਂ ਸੁਣਿਆ, ਕੁਝ ਵਿਚਾਰਿਆ, ਕੁਝ ਅੰਸ਼ ਆਪ ਜੀ ਨਾਲ ਸਾਂਝੇ ਕੀਤੇ ਨੇ। ਮਾਤਾ ਜੀ ਖਾਲਸੇ ਦੇ ਮਾਤਾ ਹਨ। ਜਿੱਥੇ ਵੀ ਸੰਸਾਰ ਵਿੱਚ ਗੁਰੂ ਕਾ ਸਿੱਖ ਬੈਠਾ ਹੈ, ਉਹ ਜਿੱਥੇ ਕਲਗੀਧਰ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੈ, ਉੱਥੇ ਮਾਤਾ ਜੀ ਨੂੰ ਯਾਦ ਕਰਦਾ ਹੈ। ਪੰਜ ਪਿਆਰੇ ਅੰਮ੍ਰਿਤ ਛਕਾਉਣ ਵੇਲੇ ਵੀ ਇਹੀ ਬਚਨ ਦੁਹਰਾਉਂਦੇ ਹਨ, ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮਾਤਾ ਸਾਹਿਬ ਦੇਵਾਂ ਜੀ। ਇਹ ਮਾਤਾ ਪਿਤਾ ਦੀ ਖੁਸ਼ੀ। ਸਾਧ ਸੰਗਤ ਜੀ, ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ। ਕਰਤੇ ਪੁਰਖ ਨੇ ਸ਼ਿਵ ਸ਼ਕਤੀ ਦਾ ਮੇਲ ਕੀਤਾ ਹੈ। ਮਾਤਾ ਜੀ ਸ਼ਕਤੀ ਸਰੂਪ ਹਨ, ਕਲਗੀਧਰ ਪਾਤਸ਼ਾਹ ਸ਼ਿਵ ਸਰੂਪ ਹਨ। ਸ਼ਿਵ ਨਾਮ ਚੇਤਨ ਦਾ ਹੈ। ਅੱਜ ਕੱਲ੍ਹ ਛੇਤੀ ਕਰਕੇ ਅਰਥ ਜਿਹੜੇ ਨੇ ਉਹ ਬਾਹਰ ਮੁਖੀ ਬਿਰਤੀ ਵੱਲ ਜਾਂਦੇ ਨੇ, ਕੋਈ ਕਿੱਧਰ ਚਲਾ ਜਾਂਦਾ ਕਿੱਧਰ। ਪਰ ਸ਼ਿਵ ਨਾਮ, ਸ਼ਿਵ ਦੇ ਦੋ ਅਰਥ ਨੇ। ਸ਼ਿਵ ਉਹਨੂੰ ਕਹਿੰਦੇ ਆ ਜੋ ਆਪਣੇ ਆਪ ਨੂੰ ਵੀ ਜਾਣਦਾ ਹੋਵੇ ਔਰ ਦੂਏ ਨੂੰ ਵੀ ਜਾਣਦਾ ਹੋਵੇ। ਚੇਤਨ ਉਹਦੇ ਵਿਪਰੀਤ, ਉਹਦੇ ਉਲਟ ਜੜ ਪਦਾਰਥ ਹੁੰਦਾ। ਜੜ ਉਹ ਹੁੰਦਾ ਹੈ ਜੋ ਆਪਣੇ ਆਪ ਨੂੰ ਵੀ ਨਾ ਜਾਣੇ ਔਰ ਦੂਏ ਨੂੰ ਵੀ ਨਾ ਜਾਣੇ। ਆਹ ਚਾਦਰ ਤੇ ਆਪਾਂ ਬੈਠੇ ਹਾਂ, ਇਹ ਚਾਦਰ ਨੂੰ ਨਹੀਂ ਪਤਾ ਕਿ ਮੈਂ ਚਾਦਰ ਹਾਂ। ਇਹਨੂੰ ਇਹ ਵੀ ਨਹੀਂ ਪਤਾ ਉੱਤੇ ਕੌਣ ਕੌਣ ਬੈਠਾ। ਇਹ ਜੜ ਹੈ। ਜਿਹੜਾ ਆਪਣੇ ਆਪ ਨੂੰ ਵੀ ਨਾ ਜਾਣੇ ਔਰ ਦੂਏ ਨੂੰ ਵੀ ਨਾ ਜਾਣੇ, ਉਹਨੂੰ ਜੜ ਕਹਿੰਦੇ ਆ। ਜਿਹੜਾ ਆਪਣੇ ਆਪ ਨੂੰ ਵੀ ਜਾਣੇ ਔਰ ਦੂਏ ਨੂੰ ਵੀ ਜਾਣੇ, ਉਹਨੂੰ ਚੇਤਨ ਕਹਿੰਦੇ ਆ। ਸ਼ਿਵ ਉਹਨੂੰ ਕਹਿੰਦੇ ਆ ਜੋ ਆਪਣੇ ਆਪ ਨੂੰ ਵੀ ਜਾਣਦਾ ਹੈ ਔਰ ਸੰਸਾਰ ਦੇ ਬਾਹਰ ਦੇ ਪਦਾਰਥ ਨੂੰ ਵੀ ਜਾਣਦਾ, ਉਹ ਸ਼ਿਵ ਸਰੂਪ ਹੈ। ਸ਼ਕਤੀ ਉਹ ਹੈ ਜਿਹਦੇ ਦੁਆਰਾ ਉਹ ਸ਼ਿਵ ਕਿਰਿਆ ਕਰਦਾ ਹੈ। ਆਖੋ ਸ੍ਰੀ ਵਾਹਿਗੁਰੂ। ਜੇ ਉਹਦੇ ਵਿੱਚੋਂ ਇੱਕ ਸਿਹਾਰੀ ਕੱਢ ਦਿੱਤੀ, ਸ਼ਿਵ ਦੇ ਨਾਲ ਪਿੱਛੇ ਸਿਹਾਰੀ ਲੱਗੀ ਹੁੰਦੀ ਹੈ ਨਾ। ਹੁਣ ਤੁਸੀਂ ਸਾਰੇ ਪੜ੍ਹੇ ਹੋ, ਮੈਨੂੰ ਦੱਸਣ ਦੀ ਲੋੜ ਹੀ ਨਹੀਂ। ਸ਼ਿਵ ਦੀ ਸਿਹਾਰੀ ਲਾ ਦਿਓ
शव मुर्दा डेड बॉडी। अंदर जिहड़ी चेतना अकाल पुरख की शिव है, बाहर जिन्ना माया का पसारा है उहदी शक्ति है। शक्ति दे शिव जिहड़ा है इस संसार का पसारा है। माता जी साडे शक्ति सरूप हैं। असीं उन्हां नूं उस प्रतीक विच अगात्रे पाई तेग दे रूप विच भी खालसा मनदा है। माँ की ममता के रूप च माता साहिब देवां जी साडे सिर ते हन। ऐसे माता जी जिहड़े सदा ही रहणगे, उन्हां दे चरनां 'च बैठे हाँ, हाज़र नाज़र ने, साडीआं अरदासां सुण रहे ने। कोई ये ना समझे भी माता जी का अंगीठा है, ये माता जी का दरबार है। हाज़र नाज़र ने, जो मंगे ठाकर अपने ते सोई सोई देवै। नानक दास मुक्ते जो बोलै, इहां उहां सच होवै। फुल्लां चुक्कां दी खिमा। बहुत प्यार वालियां रूहां दे अज दर्शन होए। ज्ञानी अमनदीप सिंह जी, सत्कार सो भाई बहुलीन सिंह जी, कीर्तनीय गुरु के रस पिन्ना अमृत में कीर्तन करते हैं। और दिल्ली दियां नौजवान फौजां सारियां, ये गुरु साहब की किरपा है। कई लोग समझते हैं सिक्खी का बूटा सुक जाएगा। नहीं साध संगत जी, जेड़े सिंह महाराज दे नाल रहे ना, वही मुड़ मुड़ के आई जाते हैं। आखो श्री वाहिगुरू। हजूर ने वचन लिख दिते, सरबलो प्रकाश में 40 नारे बीज खालसे, मुक्ते पावन सिंह बली। 40 नार जेड़े चमकौर साहब शहीद होए, ये मैं कहते बीज रख ले। जट खेती करदा, फसल वढ़दा, ਉਹਦੇ ਚੰਗੇ ਚੰਗੇ ਦਾਣੇ ਰੱਖ ਲੈਂਦਾ, ਕਹਿੰਦਾ ਅਗਲੇ ਸਾਲ ਬੀਜ ਇਹਦਾ ਬਣਾਵਾਂਗੇ। 40 ਨਾਰੇ ਬੀਜ ਖਾਲਸੇ। 40 ਜਿਹੜੇ ਮਹਾਰਾਜ ਨੇ ਚੁਣ ਕੇ ਪੂਰੇ, ਪਹਿਲੇ 40 ਮੁਕਤੇ ਚਮਕੌਰ ਵਾਲੇ ਹੈ, ਦੂਜੇ 40 ਮੁਕਤੇ ਮੁਕਤਸਰ ਸਾਹਿਬ ਵਾਲੇ ਹੈ। ਪਹਿਲਾ ਦਰਜਾ ਜਿਹੜਾ ਸ਼੍ਰੋਮਣੀ ਹੈ, ਉਹ ਸਨਮੁਖ ਪੂਰੀ ਤਰ੍ਹਾਂ ਉਹਨਾਂ ਨੂੰ ਜਿਹੜੇ ਚਮਕੌਰ ਸਾਹਿਬ, ਉਹ ਤਾਂ ਸਨਮੁਖ ਹੀ ਰਹੇ ਨਾ, ਕੋਈ ਬਦਾਵਾ ਲਿਖਿਆ ਹੀ ਨਹੀਂ। कोई विच खेद वाली गल आई नहीं, जिवें कहते ना रुकावट के लिए खेद है, वो गल बनी नहीं, उत्ते रुकावट पई नहीं। वो पूरा ही जेड़े बदावे वाले सन वो भी मुक्त करते। टूटी गंढ नहार गोपाल, सर्व जिया आपे प्रतिपाल। 40 नारे बीज खालसे। खालसे दे बीज ने। मुक्ते पावन सिंह बली, मात भगवती पिता काल पुरख, गोद लियो लै खास बली। ये महाराज सच्चे पातशाह श्री गुरु गोबिंद सिंह साहब का खालसा खत्म नहीं होना। नवे नवे भुजंगी आउंदे, 2-2 3-3 साल के बच्चे, वो पता नहीं कहते आनंदपुर साहब भुजंगी कहता असीं इत्थे पहला भी आए हैं। मैं क्या बच्चे नूं किवें पता पहले आए? क्यों? मुड़ मुड़ के जोत जामे बदलती है। खालसा खत्म होने वाला नहीं। माता जी का सिर ते हथ है, पिता जी का सिर ते हथ है। सदा सदा ही एक जुगो जुगो टल महाराज का पंथ है। इत्थों के नौजवान, दिल्ली के बच्चे बाणी बाणे नाल जुड़े ने। सारियां संप्रदावां जिहड़ियां हुंदियां ना, ये वखरे वखरे गुरु के पहरे निभांदियां हुंदियां। गुरु की सरकार गुरु की है, ड्यूटियां महकमियां दियां लगियां होईयां। आपां सारे एक हाँ। कोई चोला पांदा है, कोई किसी तरह का पहरा करता है, कोई पेंट पांदा है, कोई भी करता, कोई नौकरी करता, खेती करता, कोई दुकान करता, पर आपां सारे गुरु दे हाँ। इस करके मेरी बेनती है भी सारे आपां रल के सारी दुनिया नूं सरबत दे भले दी, किसी नाल साडा वैर नहीं। खालसे दा किसी धर्म नाल वैर नहीं, किसी जाति नाल वैर नहीं, किसी मजहब नाल वैर नहीं। खालसे दा जुल्म नाल वैर है, जालम नाल वैर है। महाराज सच्चे पातशाह ने बीज बीजिया, चढ़दी कला च रहो, गुरु खुशियां बख्शे, माता जी किरपा करन। बोलदियां होयां विचार करदियां भुल्लां होईयां बख्श लैणियां। फतेह बुलाना। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। भाई प्रतपाल सिंह होरां ने जिहड़ा फुरना किया, वो पहला भी विचार चल रही थी भी मरजादा आपां बेनती करिए इत्थों की प्रबंधक कमेटी नूं, सारी संगत भी महाराज दे 3 अंगीठे ने, निशान साहब इक्को ही है।
ਮਾਤਾ ਜੀ ਦੇ ਦੋ ਨਿਸ਼ਾਨ ਸਾਹਿਬ ਦੋਵਾਂ ਮਾਤਾ ਦੇ, ਭਾਵੇਂ ਛੋਟੇ ਹੀ ਚਲਾ ਦਿੱਤੇ ਜਾਣ, ਵੱਡਾ ਸਤਿਗੁਰਾਂ ਦਾ ਚੱਲ ਝੂਲ ਰਿਹਾ, ਤੇ ਛੋਟੇ ਆਕਾਰ ਦੇ ਭਾਵੇਂ ਹੋ ਜਾਣ 50-50 ਫੁੱਟ ਦੇ, ਪਰ ਮਾਤਾ ਜੀ ਦੇ ਦੋਵਾਂ ਮਾਤਾ ਦੇ ਨਿਸ਼ਾਨ ਸਾਹਿਬ ਜ਼ਰੂਰ ਇੱਥੇ ਝੂਲਣੇ ਚਾਹੀਦੇ ਆ। ਇਹ ਮਰਜ਼ਾਦਾ ਪੁਰਾਤਨ ਗੁਰਦੁਆਰੇ ਇੱਕ ਵਿਹੜੇ 'ਚ ਵੀ ਦੋ ਹੁੰਦੇ ਸੀ, ਨਿਸ਼ਾਨ ਸਾਹਿਬ ਦੋ ਹੀ ਹੁੰਦੇ ਸੀ, ਪਹਿਲਾਂ ਇੱਦਾਂ ਹੁੰਦੀ ਸੀ ਮਰਜ਼ਾਦਾ। ਜੋ ਸਥਾਨ ਨਿਸ਼ਾਨ ਸਾਹਿਬ ਮੇਨ ਹੁੰਦਾ। ਹਜ਼ੂਰ ਸਾਹਿਬ ਅਰਦਾਸ ਹੁੰਦੀ ਨਾ ਦਿੱਲੀ ਦੇ ਗੁਰਦੁਆਰੇ, ਸੱਤੋਂ ਝੰਡਿਓ ਜੀ ਕੀ, ਉਹ ਪਹਿਲਾਂ ਨਿਸ਼ਾਨ ਹੀ ਝੂਲਦੇ ਸੀ, ਬਿਲਡਿੰਗਾਂ ਤੇ ਬਾਅਦ 'ਚ ਬਣੀਆਂ ਨਾ। ਨਿਸ਼ਾਨ ਦੀ ਮਹਾਨਤਾ ਹੁੰਦੀ ਹੈ, ਨਿਸ਼ਾਨ ਸਾਹਿਬ 'ਚ ਬੜੀ ਸ਼ਕਤੀ ਹੈ। ਬਾਬੇ ਬੰਦੇ ਬਹਾਦਰ ਨੇ ਨਿਸ਼ਾਨ ਸਾਹਿਬ ਕੱਢਿਆ ਸੀ ਪਾਣੀਪਤ, ਬਹਾਦਰ ਸ਼ਾਹ ਤੇ ਉਹਦਾ ਅਗਲਾ ਬਾਦਸ਼ਾਹ ਫਰਖਸ਼ੀਰ ਤੇ ਜਹਾਂਦਰ, ਤਿੰਨੇ ਬਾਦਸ਼ਾਹ ਪਾਣੀਪਤ ਟੱਪ ਨਹੀਂ ਸਕੇ। ਫਿਰ ਮਿਹਨਤਾਂ ਕੀਤੀਆਂ ਵੀ ਆਪਣਾ ਨਿਸ਼ਾਨ ਵਧਾ ਲਓ। ਜਦੋਂ ਨਿਸ਼ਾਨ ਵਧਾਇਆ ਤੇ ਫਿਰ ਲਾਹੌਰ ਨੂੰ ਜਾ ਕੇ ਫਿਰ ਬੰਦੇ ਨੂੰ ਵੀ ਕਾਬੂ ਕਰ ਲਿਆ। ਨਿਸ਼ਾਨ ਸਾਹਿਬ ਦੀ ਬੜੀ ਤਾਕਤ ਹੈ, ਸ਼ਕਤੀ ਹੈ, ਤੇ ਥੱਲੇ ਪਹਿਰਾ ਹੁੰਦਾ। ਮਾਤਾ ਜੀ ਦੋ ਨੇ, ਮਾਤਾ ਵੱਡੇ ਮਾਤਾ ਸੁੰਦਰੀ ਜੀ, ਫਿਰ ਮਾਤਾ ਸਾਹਿਬ ਦੇਵਾਂ ਜੀ। ਇਹਨਾਂ ਦੀ ਆਪਾਂ ਜੇ ਬੇਨਤੀ ਮੰਨ ਲੈਣਗੇ ਤੇ ਪ੍ਰਬੰਧਕਾਂ ਨੂੰ ਆਪਾਂ ਬੇਨਤੀ ਕਰਾਂਗੇ ਸਾਰੀ ਸੰਗਤ ਵੀ ਦੋ ਨਿਸ਼ਾਨ ਸਾਹਿਬ ਹੋਰ ਇੱਥੇ ਉਹਨਾਂ ਮਾਤਾਵਾਂ ਦੇ, ਵੱਡੇ ਸਤਿਗੁਰਾਂ ਦਾ ਝੂਲ ਰਿਹਾ 8ਵੇਂ ਪਾਤਸ਼ਾਹ ਦਾ, ਇਹਨਾਂ ਦੋ ਮਾਤਾਵਾਂ ਦਾ ਵੀ ਨਿਸ਼ਾਨ ਸਾਹਿਬ ਜ਼ਰੂਰ ਚਲਾਇਆ ਜਾਵੇ।